ਨਜ਼ਰੀਆ ਦੀ ਡਿਬੇਟ ਜਗਤਾਰ ਸਿੰਘ ਸਿੱਧੂ ਵੱਲੋਂ ਦਰਸ਼ਕਾਂ ਦਾ ਸਵਾਗਤ ਹੈ। ਪੰਜਾਬ ਮੁਲਕ ਦੇ ਦੂਜੇ ਸੂਬਿਆਂ ਵਾਂਗ ਕੋਰੋਨਾ ਮਹਾਮਾਰੀ ਦੇ ਸੰਕਟ ਨਾਲ ਲੜਾਈ ਦੇ ਨਾਲ ਜੂਝ ਰਿਹਾ ਹੈ। ਜਦੋਂ ਆਪਾਂ ਇਸ ਲੜਾਈ ਦਾ ਜ਼ਿਕਰ ਕਰਦੇ ਹਾਂ ਤਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਾਰ-ਵਾਰ ਇਸ ਗੱਲ 'ਤੇ ਜ਼ੋਰ ਦੇ ਰਿਹਾ ਹੈ ਕਿ ਇਸ ਲੜਾਈ ਦੇ ਲਈ ਕੇਂਦਰ ਨੂੰ ਮਦਦ ਕਰਨੀ ਚਾਹੀਦੀ ਹੈ ਪੰਜਾਬ ਅਤੇ ਦੂਜੇ ਸੂਬਿਆਂ ਦੀ। ਇਹ ਬਿਲਕੁਲ ਸਹੀ ਹੈ। ਜਿੱਥੇ ਸਰਕਾਰਾਂ ਲੜ ਰਹੀਆਂ, ਬਹੁਤ ਸਾਰੇ ਉਪਰਾਲੇ ਕਰ ਰਹੀਆਂ, ਉੱਥੇ ਕਿਧਰੇ ਲੱਗਦਾ ਹੈ ਕੇਂਦਰ ਤੇ ਰਾਜ ਸਰਕਾਰਾਂ ਦੀ ਜਿੱਥੇ ਕਿਧਰੇ ਤਾਲਮੇਲ ਦੀ ਘਾਟ ਹੈ, ਉੱਥੇ ਮੁਸ਼ਕਲਾਂ ਵੀ ਆ ਰਹੀਆਂ। ਜੇ ਆਪਾਂ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਪੂਰੇ ਮੁਲਕ ਨਾਲ ਇਸ ਮੁੱਦੇ ਤੋਂ ਲੱਗਦਾ ਕਿ ਨਿਵੇਕਲੇ ਢੰਗ ਦੀ ਲੜਾਈ ਲੜ ਰਿਹਾ ਹੈ। ਆਖਿਰ ਨੰਦੇੜ ਸਾਹਿਬ ਤੋਂ ਜਿਹੜੀ ਸੰਗਤ ਆਈ ਹੈ ਉਹਦੇ ਕਰਕੇ ਪੰਜਾਬ ਦੇ ਵਿੱਚ ਕਰੋਨਾ ਮਹਾਮਾਰੀ ਜਿਹੜੀ ਪ੍ਰਕੋਪੀ ਵਧੇਰੇ ਨਜ਼ਰ ਆ ਰਹੀ ਹੈ। ਕੇਵਲ ਮੁੱਦਾ ਇੰਨਾ ਹੀ ਨਹੀਂ ਹੈ। ਪੰਜਾਬ ਦੀ ਜਿਹੜੀ ਹਾਕਮ ਤੇ ਰਹਿ ਕਾਂਗਰਸ ਪਾਰਟੀ ਦੇ ਨਾਲ ਜਿਹੜੀ ਕੇਂਦਰ ਦੇ ਵਿੱਚ ਭਾਈਵਾਲਾ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਇਸ ਮੁੱਦੇ 'ਤੇ ਲੈ ਕੇ ਦੂਸ਼ਣਬਾਜ਼ੀ ਦੀ ਕੋਈ ਕਸਰ ਨਹੀਂ ਛੱਡ ਰਹੀਆਂ। ਜੇ ਆਪਾਂ ਮੁਲਕ ਦੀ ਗੱਲ ਕਰਦੇ ਹਾਂ, ਬਦਕਿਸਮਤੀ ਇਸ ਗੱਲ ਦੀ ਕਿ ਇਸ ਵੇਲੇ 40,000 ਤੋਂ ਉੱਪਰ ਅੰਕੜਾ ਜਿਹੜਾ ਕਰੋਨਾ ਮਹਾਮਾਰੀ ਦੇ ਜਿਹੜਾ ਮਰੀਜ਼ਾਂ ਦਾ ਜਿਹੜੇ ਕਿਸੇ ਨਾ ਕਿਸੇ ਸ਼ੱਕ ਦੇ ਘੇਰੇ 'ਚ ਆਉਂਦੇ ਆ ਪਾਏ ਜਾ ਰਹੇ ਆ। ਇਹ 40,000 ਦੇ 40,000 ਲਈ ਨੰਦੇੜ ਸਾਹਿਬ ਦੀ ਸੰਗਤ ਆ ਜ਼ਿੰਮੇਵਾਰ ਨਹੀਂ ਹੋ ਸਕਦੀ, ਨਾ ਪੰਜਾਬ ਜ਼ਿੰਮੇਵਾਰ ਹੋ ਸਕਦਾ ਹੈ। ਜੇ ਆਪਾਂ ਨੰਦੇੜ ਸਾਹਿਬ ਤੋਂ ਆਈ ਜਿਹੜੀ ਸੰਗਤ ਹੈ ਉਹ ਜਿਹੜੇ ਮਰੀਜ਼ਾਂ ਦੇ ਲੱਛਣ ਪਾਏ ਗਏ, ਜੇ ਉਹਨਾਂ ਦੀ ਗਿਣਤੀ ਕਰਨੀ ਹੋਏ ਤਾਂ ਮੇਰਾ ਖਿਆਲ ਹੈ ਗੁਜਰਾਤ ਦੇ ਕਿਸੇ ਸ਼ਹਿਰ ਨਾਲੋਂ ਵੀ ਘੱਟ ਹੋਏਗੀ। ਫਿਰ ਕੌਣ ਕਿਸ ਨੂੰ ਬਦਨਾਮ ਕਰ ਰਿਹਾ ਹੈ? ਇਹਨਾਂ ਮੁੱਦਿਆਂ 'ਤੇ ਮੇਰੇ ਨਾਲ ਚਰਚਾ 'ਚ ਪੈਨਲ 'ਤੇ ਜਿਹੜੇ ਸਾਡੇ ਖਾਸ ਕੱਦਾਵਰ ਮਹਿਮਾਨ ਜੁੜ ਚੁੱਕੇ ਹੈ। ਉਦੈ ਸਿੰਘ ਰਠੌਰ ਕਾਂਗਰਸ ਪਾਰਟੀ ਦੇ ਬੁਲਾਰੇ, ਕਾਨਾ CD ਸਿੰਘ ਕੰਬੋਜ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ, ਅਮਰਿੰਦਰ ਸਿੰਘ ਜੀ ਰਾਜਸੀ ਵਿਸ਼ਲੇਸ਼ਕ। ਤਿੰਨੇ ਮਹਿਮਾਨਾਂ ਨੂੰ ਆਪਾਂ ਪੈਨਲ 'ਤੇ ਆਉਣ ਲਈ ਤੁਹਾਡੇ ਸਾਰਿਆਂ ਵੱਲੋਂ ਜੀ ਆਖਦੇ ਹਾਂ, ਵੈਲਕਮ ਕਰਦੇ ਹਾਂ। ਰਠੌਰ ਸਾਹਿਬ, ਇਸ ਮੁੱਦੇ 'ਤੇ ਪਹਿਲਾ ਸਵਾਲ ਮੈਂ ਤੁਹਾਡੇ ਤੋਂ ਲੈਣ ਲੱਗਿਆ। ਜਿੱਦਾਂ ਮੈਂ ਸ਼ੁਰੂ 'ਚ ਕਮੈਂਟਸ ਕੀਤੇ ਹੈ, ਨੰਦੇੜ ਸਾਹਿਬ ਤੋਂ ਜਿਹੜੀ ਸੰਗਤ ਆਈ ਹੈ ਉਹਨਾਂ 'ਚੋਂ ਜਿਹੜੇ ਕੁਝ ਨੂੰ ਕਰੋਨਾ ਮਹਾਮਾਰੀ ਦੇ ਲੱਛਣ ਜਿਹੜੇ ਪਾਏ ਗਏ ਹੈ ਉਸ ਨੂੰ ਲੈ ਕੇ ਕਿਉਂ ਜਿਹੜਾ ਵੱਡੀ ਪੱਧਰ 'ਤੇ ਇੱਕ ਦੂਜੇ 'ਤੇ ਦੂਸ਼ਣਬਾਜ਼ੀ ਕੀਤੀ ਜਾ ਰਹੀ ਹੈ, ਇਸ ਮੁੱਦੇ 'ਤੇ ਕੀ ਕਹੋਗੇ ਰਠੌਰ ਸਾਹਿਬ? ਦੇਖੋ ਜਗਤਾਰ ਜੀ, ਗੱਲ ਇਹ ਹੈ ਕਿ ਅੱਜ ਇਹ ਜਿਹੜਾ ਸੰਕਟ, ਮੈਂ ਕਹਿੰਦਾ ਪੰਜਾਬ ਹਿੰਦੁਸਤਾਨ ਨੂੰ ਛੱਡੀਏ ਪੂਰੇ ਵਿਸ਼ਵ ਦੇ ਉੱਤੇ ਅੱਜ ਜਿਹੜੇ ਇਹ ਮਹਾਮਾਰੀ ਦਾ ਸੰਕਟ ਆਇਆ ਹੈ। ਔਰ ਮੈਂ ਸਮਝਦਾ ਹੈ ਕਿ ਹਜੇ ਅਸੀਂ ਸਾਡੇ ਹਿੰਦੁਸਤਾਨ ਦੇ ਅੰਦਰ ਤਾਂ ਇਹਦੀ ਮਕਦਾਦ ਬੜੀ ਘੱਟ ਹੈ। ਤੁਸੀਂ ਯੂਰਪ ਤੇ ਬਾਹਰਲੀਆਂ ਮੁਲਕਾਂ ਦੇ ਹਾਲ ਦੇਖੋ ਵੀ ਉਹਨਾਂ ਦੇ ਹਾਲ ਕੀ ਹੋ ਗਏ ਹੈ। ਐਡੇ ਤਾਕਤਵਰ ਮੁਲਕ ਅੱਜ ਆਪਣੇ ਗੋਡਿਆਂ ਦੇ ਥੱਲੇ ਬੈਠੇ ਹੋਏ ਨੇ। ਤਾਂ ਮੈਂ ਇਹ ਸਮਝਦਾ ਹੈ ਕਿ ਅੱਜ ਜਿਹੜਾ ਸਮਾਂ ਸੀਗਾ ਇਹ ਲੜਾਈ ਨੂੰ ਮਿਲ ਕੇ ਲੜਨ ਦਾ ਸਮਾਂ ਸੀਗਾ। ਔਰ ਜਦ ਇਹ ਸ਼ੁਰੂਆਤ ਹੋਈ ਹੈ ਤਾਂ ਬਹੁਤ ਵਧੀਆ ਸ਼ੁਰੂਆਤ ਹੋਈ ਹੈ। ਬਹੁਤ ਸਾਰੀ ਪਾਰਟੀਆਂ ਤਕਰੀਬਨ ਇੱਕ ਦੂਜੇ ਤੋਂ ਦੋਸ਼ਾਰੋਪਣ ਤੋਂ ਬਚਦੀਆਂ ਰਹੀਆਂ, ਲੇਕਿਨ ਪਿਛਲੇ ਕੁਝ ਸਮੇਂ ਤੋਂ ਜੋ ਕਿ ਤਕਰੀਬਨ ਮੈਂ ਕਹਿੰਦਾ 15 ਕੁ ਦਿਨਾਂ ਤੋਂ 20 ਕੁ ਦਿਨਾਂ ਤੋਂ ਇਹ ਜਿਹੜਾ ਟ੍ਰੈਂਡ ਹੈਗਾ, ਜਿਹੜੀ ਸਾਡੀ ਨੈਸ਼ਨਲ ਪਾਰਟੀ ਹੈ ਜਿਹੜੀ ਕੇਂਦਰ ਦੇ ਅੰਦਰ ਰਾਜ ਕਰ ਰਹੀ ਹੈ, ਕਿ ਇੱਕ ਮਸਲੇ ਨੂੰ ਦੁਬਾਰਾ ਉਹਨਾਂ ਨੇ ਉਸੇ ਗੱਲ ਦੇ ਉੱਤੇ ਲੈ ਕੇ ਆਉਣਾ ਹੈ ਜਿਸ ਗੱਲ ਦੇ ਉੱਤੇ ਉਹ ਸਰਕਾਰ ਚਲਾ ਰਹੇ। ਉਹ ਫੇਰ ਕਮਿਊਨਲ ਚੀਜ਼ ਤੇ ਆ ਜਾਂਦੇ ਆ। ਇੱਕ ਬਿਮਾਰੀ ਨੂੰ ਫੇਰ ਉਹਨਾਂ ਨੇ ਹਿੰਦੂ ਮੁਸਲਿਮ ਹਿੰਦੂ ਸਿੱਖ ਕਰਨ ਦੀ ਕੋਸ਼ਿਸ਼ ਉਹ ਹਮੇਸ਼ਾ ਕਰਦੇ ਆਏ ਆ, ਕਿਉਂ ਇਹ ਭਾਲਦੇ ਰਹਿੰਦੇ ਆ ਕਿ ਇਹੋ ਜਿਹਾ ਕੋਈ ਮਸਲਾ ਆਏ। ਬਾਕੀ ਉਹਨਾਂ ਨੇ ਕਰਨਾ ਕਰਾਣਾ ਕੱਖ ਨਹੀਂ ਹੈ। ਤੁਸੀਂ ਗੱਲ ਕੀਤੀ ਹੈ ਕਿ ਦੋਸ਼ਾਰੋਪਣ ਜਿਹੜੇ ਨੰਦੇੜ ਸਾਹਿਬ ਤੋਂ ਸ਼ਰਧਾਲੂ ਆਏ ਨੇ, ਦੇਖੋ ਮੈਂ ਇਹ ਗੱਲ ਬਿਲਕੁਲ ਕਲੀਅਰ ਕਰਨਾ ਚਾਹਣਾ ਕਿ ਪੰਜਾਬ ਦੇ ਅੰਦਰ, ਮੈਂ ਪੂਰਾ ਹਿੰਦੁਸਤਾਨ ਘੁੰਮਿਆ, ਪੰਜਾਬ ਦੇ ਅੰਦਰ ਜਿਹੜੀ ਬਾਬੇ ਨਾਨਕ ਦੀ ਗੁਰੂਆਂ ਪੀਰਾਂ ਦੀ ਧਰਤੀ ਹੈ, ਅੱਜ ਵੀ ਅੱਜ ਦੇ ਮਾਹੌਲ ਦੇ ਅੰਦਰ ਅਸੀਂ ਗੱਲ ਕਰੀਏ ਤਾਂ ਮੈਂ ਪੂਰੇ ਦਾਅਵੇ ਨਾਲ ਇਹ ਗੱਲ ਕਹਿਣਾ ਕਿ ਪੂਰੇ ਹਿੰਦੁਸਤਾਨ ਦੇ ਅੰਦਰ ਅਗਰ ਕਿਸੇ ਅੱਜ ਬਾਬੇ ਨਾਨਕ ਦੇ ਜਿਹੜੇ ਅਸੂਲ ਹੈ, ਜਿਹੜੇ ਨਿਯਮ ਹੈ, ਆਪਾਂ ਉਹਨਾਂ ਨੂੰ ਅਪਣਾਇਆ ਤਾਂ ਪੰਜਾਬ ਦੇ ਅੰਦਰ ਅਪਣਾਇਆ। ਕਿ ਨਾ ਤਾਂ ਇੱਥੇ ਜਾਤੀਵਾਦ ਨਜ਼ਰ ਆਉਂਦਾ, ਨਾ ਇੱਥੇ ਧਰਮਵਾਦ ਨਜ਼ਰ ਆਉਂਦਾ, ਲੇਕਿਨ ਅਜਿਹੀਆਂ ਪਾਰਟੀਆਂ ਜਿਹੜੀਆਂ ਸਿਰਫ ਰਾਜਨੀਤੀ ਧਰਮ ਦੀਆਂ ਕਰਦੀਆਂ, ਉਹ ਅੱਜ ਇਸ ਮਹਾਮਾਰੀ ਦੇ ਅੰਦਰ ਵੀ ਉਹੀ ਗੱਲਾਂ ਕਰ ਰਹੀਆਂ। ਚਾਹੀਦਾ ਸੀਗਾ ਅੱਜ ਕੇਂਦਰ ਸਰਕਾਰ ਨੂੰ ਕਿ ਪੈਸਾ ਦਿੰਦੀਆਂ। ਅੱਜ ਬੀਜੇਪੀ ਰੂਲਡ ਸਟੇਟ ਜਾਂ ਕਾਂਗਰਸ ਰੂਲਡ ਸਟੇਟ ਦੀ ਗੱਲ ਨਹੀਂ ਹੈਗੀ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਜੋ ਹਾਲਾਤ ਇਹਨਾਂ ਨੇ ਪੰਜਾਬ ਦੇ ਕੀਤੇ, ਸੂਬਿਆਂ ਦੇ ਵੀ ਇਹ ਹਾਲਾਤ ਹੈ। ਪੈਸਾ ਕੇਂਦਰ ਸਰਕਾਰ ਇਕੱਠਾ ਕਰੀ ਜਾ ਰਹੀ ਹੈ, ਲੋਕਾਂ ਤੋਂ ਵੀ ਪੈਸਾ ਲੈ ਰਹੀ ਹੈ, ਫੰਡ ਵੀ ਲੈ ਰਹੀ ਹੈ, ਬੈਂਕਾਂ ਤੋਂ ਵੀ ਪੈਸਾ ਇਹਨਾਂ ਨੂੰ ਲੋਨ ਮਿਲਿਆ, ਬਾਹਰਲੇ ਮੁਲਕਾਂ ਤੋਂ ਵੀ ਆਇਆ, ਲੇਕਿਨ ਅੱਜ ਤੱਕ
ਕਿਸੇ ਸੂਬੇ ਨੂੰ ਪੈਸਾ ਨਹੀਂ ਦਿੱਤਾ ਗਿਆ। ਤੁਸੀਂ ਪਰਸੋਂ ਚੌਥੇ ਦੇਖਿਆ ਹੋਣਾ ਜੀ ਕਿ ਰਾਠੌਰ ਸਾਹਿਬ, ਟ੍ਰੇਨਾਂ ਤੋਂ ਜਿਹੜੇ ਰਾਠੌਰ ਸਾਹਿਬ ਮਜ਼ਦੂਰ ਸੀ। ਸਰ ਮੇਰੀ ਬੇਨਤੀ ਹੈ ਕਿ ਆਪਾਂ ਜਿਹੜਾ ਮਜ਼ਦੂਰ ਦੀ ਜਦੋਂ ਗੱਲ ਕਰਦੇ ਆ, ਪੈਸੇ ਦੀ ਗੱਲ ਕਰਦੇ ਆ, ਇਸ ਮੁੱਦੇ ਤੇ ਵੀ ਮੈਂ ਆਵਾਂਗਾ। ਪਹਿਲਾਂ ਇਸ ਮਾਮਲੇ ਤੇ ਜਵਾਬ ਲੈ ਲਾਂ। ਜਿਹੜਾ ਤੁਸੀਂ ਕਹਿ ਰਹੇ ਕਿ ਕੇਂਦਰ ਦੇ ਚ ਜਿਹੜੀ ਸੱਤਾ 'ਚ ਬੈਠੀ ਧਿਰ ਹੈ, ਭਾਰਤੀ ਜਨਤਾ ਪਾਰਟੀ ਦਾ ਹਾਈ ਹੈ, ਪੰਜਾਬ 'ਚ ਸ਼੍ਰੋਮਣੀ ਅਕਾਲੀ ਦਲ ਉਹਨਾਂ ਦਾ ਪਾਈਵਾਲ ਹੈ। ਆਪਾਂ ਜਵਾਬ ਲਈਏ ਇਸ ਮੁੱਦੇ ਤੇ, ਫਿਰ ਮੈਂ ਰਾਠੌਰ ਸਾਹਿਬ ਵਾਪਸ ਆਵਾਂਗਾ। ਇਸ ਮੁੱਦੇ ਤੇ ਜ਼ਰੂਰ ਆਪਾਂ ਕਰਾਂਗੇ ਚਰਚਾ। ਜੀ ਕਰਨ ਸਿਟੀ ਕੰਬੋਜ, ਇਸ ਮੁੱਦੇ ਤੇ ਤੁਸੀਂ ਵੀ ਜੋ ਕਮੈਂਟਸ ਦਿੱਤੇ ਆ ਰਾਠੌਰ ਸਾਹਿਬ ਦੇ ਸੁਣੇ ਹੋਣੇ ਆ। ਉਹਨਾਂ ਦਾ ਕਹਿਣਾ ਹੈ ਕਿ ਜਿਹੜਾ ਇਸ ਮਾਮਲੇ ਨੂੰ ਪੋਲੀਟੀਕਲ ਤੇ ਇੱਕ ਤਰੀਕੇ ਨਾਲ ਜਿਹੜਾ ਹੈਗਾ ਇੱਕ ਧਾਰਮਿਕ ਰੰਗਤ, ਨਫ਼ਰਤ ਦੀ ਰੰਗਤ ਜਿਹੜੀ ਹੈਗੀ ਹੈ ਦਿੱਤੀ ਜਾ ਰਹੀ ਹੈ। ਔਰ ਭਾਰਤੀ ਜਨਤਾ ਪਾਰਟੀ ਜਿਹੜੀ ਕੇਂਦਰ 'ਚ ਇਸ ਵੇਲੇ ਸੱਤਾ 'ਚ ਬੈਠੀ ਹੈ, ਅਕਾਲੀ ਦਲ ਉਸਦਾ ਭਾਈਵਾਲ ਹੈ, ਇਹ ਉਸ ਦੀ ਵਜ੍ਹਾ ਕਰਕੇ ਸਾਰਾ ਇਸ ਤਰ੍ਹਾਂ ਦਾ ਰੂਪ ਦਿੱਤਾ ਜਾ ਰਿਹਾ ਹੈ। ਕੋਰੋਨਾ ਮਹਾਮਾਰੀ ਜਿਹੜੀ ਕਿ ਦੁਨੀਆ ਭਰ ਦੇ 'ਚ ਫੈਲੀ ਹੈ, ਕਿਉਂ ਇਸ ਨੂੰ ਇੱਕ ਰੰਗ ਦੇ ਵਿੱਚ ਰੰਗਿਆ ਜਾ ਰਿਹਾ? ਇਸ ਮੁੱਦੇ ਤੇ ਜਵਾਬ ਆਪਾਂ ਲੈਣਾ ਚਾਹਾਂਗੇ ਜੋ ਰਾਠੌਰ ਸਾਹਿਬ ਨੇ ਸਵਾਲ ਖੜਾ ਕੀਤਾ ਹੈ। ਜੀ ਕੰਬੋਜ ਜੀ। ਬੜੇ ਅਫਸੋਸ ਦੀ ਗੱਲ ਹੈ, ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਜਿਹੜੀ ਰਾਜਨੀਤੀ ਔਰ ਜਿਹੜੇ ਇੱਕ ਦੂਜੇ ਤੇ ਦੋਸ਼ ਲਗਾਉਣਾ, ਮੈਂ ਸਮਝਦਾ ਇਹ ਗਲਤ ਹੈ ਔਰ ਸਾਨੂੰ ਇਸ ਤੋਂ ਬਚਣਾ ਚਾਹੀਦਾ ਹੈ। ਦੇਖੋ, ਅੱਜ ਜੇ ਇਹ ਕਹਿ ਰਹੇ ਨੇ ਕਿ ਸਿੱਖ ਧਰਮ ਦੀ ਕੋਈ ਗੱਲ ਹੈ ਤਾਂ ਉਹ ਸਿਰਫ ਦਿਗਵਿਜੇ ਸਿੰਘ ਹੋਣਾ ਨੇ ਤਬਲੀਗੀ ਜਮਾਤ ਦੇ ਨਾਲ ਕੰਪੇਅਰ ਕੀਤਾ ਹੈ, ਹੋਰ ਕਿਸੇ ਨੇ ਨਹੀਂ ਕੀਤਾ। ਇੰਡੀਆ ਦੇ ਵਿੱਚ ਛੱਡੋ, ਤੁਸੀਂ ਟਰੰਪ, ਟਰੂਡੋ, ਬ੍ਰਿਟਿਸ਼ ਦਾ ਪ੍ਰਾਈਮ ਮਿਨਿਸਟਰ, ਆਸਟ੍ਰੇਲੀਆ ਔਰ ਕਿੰਨੇ ਲੋਕ ਜਿਹੜੇ ਨੇ ਉਹ ਬਾਰ-ਬਾਰ ਦੂਜੇ ਧਰਮਾਂ ਦੇ ਲੋਕ ਇਹ ਪਾ ਰਹੇ ਨੇ ਵੀਡੀਓ ਕਿ ਇਹ ਲਾਸਾਨੀ ਕੌਮ ਹੈ, ਇਹਨਾਂ ਦਾ ਕੋਈ ਬਰਾਬਰ ਨਹੀਂ ਹੈ। ਅੱਜ ਜਦੋਂ ਕਿ ਕੁਝ ਲੋਕ ਆਪਣੇ ਘਰਦਿਆਂ ਨੂੰ ਵੀ ਜਿਹੜਾ ਕਰੋਨਾ ਪੀਰੀਅਡ ਹੈ ਉਹਨਾਂ ਨੂੰ ਸੰਸਕਾਰ ਕਰਨ ਲਈ ਵੀ ਤਿਆਰ ਨਹੀਂ। ਇਹ ਗੁਰੂ ਮਹਾਰਾਜ ਦੀ ਜਿਹੜੀ ਫੌਜ ਹੈ, ਜਿਹੜੀ ਉਹਨਾਂ ਦੀ ਫਿਲਾਸਫੀ ਤੇ ਚੱਲਦੀ ਹੈ, ਜਿਹੜੀ ਸਰਬੱਤ ਦਾ ਭਲਾ ਮੰਗਦੀ ਹੈ, ਜਿਹੜੀ ਆਪਣੀ ਜਾਨ ਹਥੇਲੀ ਤੇ ਰੱਖ ਕੇ ਅੱਜ ਲੰਗਰ ਵਰਤਾ ਰਹੇ ਨੇ। ਅੱਜ ਹਿੰਦੁਸਤਾਨ ਦੇ ਵਿੱਚ 30 ਲੱਖ ਤੋਂ ਜ਼ਿਆਦਾ ਲੋਕਾਂ ਨੂੰ ਸਿੱਖ ਕੌਮ ਤੇ ਉਹਦੇ ਅਨੁਯਾਈ ਜਿਹੜੇ ਹੈ ਲੰਗਰ ਵਰਤਾ ਰਹੇ ਨੇ। ਬਾਕੀ ਦੁਨੀਆ ਦੀ ਜਿਹੜੀ ਗਿਣਤੀ ਹੈ ਉਸ ਗੱਲ ਨੂੰ ਤੁਸੀਂ ਛੱਡ ਦਿਓ। ਅੱਜ ਭਾਈ ਕਨਈਆ ਜੀ ਦੀ ਸੋਚ ਤੇ ਚੱਲਣ ਵਾਲੇ ਲੋਕ, ਸਰਬੱਤ ਭਲਾ ਦਾ ਮੰਗਣ ਵਾਲੇ ਲੋਕ ਜੋ ਅੱਜ ਕਰ ਰਹੇ ਨੇ, ਜਿੱਦਾਂ ਜਾਨ ਹਥੇਲੀ ਤੇ ਲੈ ਕੇ ਤੁਰੇ ਫਿਰ ਰਹੇ ਨੇ, ਅੱਜ ਮੇਰੇ ਮੂੰਹੋਂ ਨਿਕਲਦਾ ਧੰਨ ਧੰਨ ਸਿੱਖੀ, ਖੰਨਿਓ ਤਿੱਖੀ, ਵਾਲੋਂ ਨਿੱਕੀ, ਇਹਦਾ ਕੋਈ ਮੁਕਾਬਲਾ ਨਹੀਂ। ਤੁਸੀਂ ਇਸ ਗੱਲ ਨੂੰ ਛੱਡ ਦਿਓ। ਜਦੋਂ ਮੈਂ ਇੱਕ ਫੌਜੀ ਹਾਂ ਔਰ ਮੈਂ ਇਹ ਰੋਜ਼ ਖਬਰਾਂ ਆ ਰਹੀਆਂ ਸੀ ਇੱਕ ਦੂਜੇ ਦੇ ਉੱਤੇ ਜਿਹੜੇ ਹੈ ਉਹ ਕਾਂਗਰਸ ਸਰਕਾਰ ਕਹਿ ਰਹੀ ਸੀ ਕਿ ਸਭ ਅਰੇਂਜਮੈਂਟ ਬਹੁਤ ਠੀਕ ਠਾਕ, ਬਹੁਤ ਵਧੀਆ ਹੋਏ ਨੇ, ਤੇ ਜਿਹੜੀਆਂ ਆਪੋਜੀਸ਼ਨ ਪਾਰਟੀ ਕਹਿ ਰਹੀਆਂ ਸੀਗੀਆਂ ਕਿ ਬਈ ਇਹ ਗੱਲ ਝੂਠ ਹੈ, ਇਹਨਾਂ ਦਾ ਜਗ੍ਹਾ ਜਗ੍ਹਾ ਤੇ ਟੀਵੀ ਦੇ ਉੱਤੇ ਵੀ ਤੇ ਇਦਾਂ ਹੁੰਦਾ ਰਿਹਾ। ਤਾਂ ਮੈਂ ਸੋਚਿਆ ਕਿ ਕਿੱਦਾਂ ਪਤਾ ਲੱਗੇ। ਮੇਰੇ ਇੱਕ ਦੋਸਤ ਕਹਿ ਲਓ ਜਾਂ ਜਾਣਕਾਰ ਕਹਿ ਲਓ, ਉਹ ਵਿੰਗ ਕਮਾਂਡਰ ਨੇ, ਰਿਟਾਇਰਡ ਨੇ, ਉਹ ਹਜ਼ੂਰ ਸਾਹਿਬ ਸੱਚਖੰਡ 4 ਮਹੀਨੇ ਲਈ ਸਰਦੀਆਂ 'ਚ ਚਲੇ ਜਾਂਦੇ ਨੇ। ਔਰ ਜਦੋਂ ਇਹ ਹੋਇਆ, ਇਹ ਉੱਥੇ ਹੀ ਸੀ। 14 ਮਾਰਚ ਨੂੰ ਉਹਨਾਂ ਨੇ ਵਾਪਸ ਆਉਣਾ ਸੀ, ਲੇਕਿਨ ਉਹਨਾਂ ਦੀ ਸ਼੍ਰੀਮਤੀ ਨੂੰ ਸਪੌਂਡੇਲਾਈਟਿਸ ਹੈ ਤੇ ਉਹਨਾਂ ਨੇ 15 ਦਿਨ ਹੋਰ ਵਧਾ ਲਏ। ਉਸ ਟਾਈਮ ਦੇ ਉੱਤੇ ਜਿਹੜਾ ਹੈ ਇਹ ਸਾਰਾ ਕੁਝ ਸ਼ੁਰੂ ਹੋਇਆ। ਉਹ ਕਹਿੰਦੇ ਸਾਨੂੰ ਇੱਥੇ ਕੋਈ ਪ੍ਰੋਬਲਮ ਨਹੀਂ ਸੀ। ਕੋਈ 350 ਬੰਦੇ ਜਿਹੜੇ ਕਮਰੇ ਨੇ ਉਹ ਦਿੱਲੀ ਦੇ ਇੱਕ ਟਰਸਟ ਨੇ ਉੱਥੇ ਹਜ਼ੂਰ ਸਾਹਿਬ ਬਣਾ ਕੇ ਦਿੱਤੇ ਨੇ। ਉਹਦਾ 2000 ਰੁਪਏ ਮਹੀਨਾ ਕਿਰਾਇਆ। ਅਸੀਂ 350 ਬੰਦਾ ਜਿਹੜੀ ਫੈਮਿਲੀਜ਼ ਉੱਥੇ ਰਹਿੰਦੀਆਂ ਸੀ, ਤੇ ਬਾਬਾ ਜੀ ਨੇ ਕਿਹਾ ਕਿ ਨਹੀਂ ਤੁਸੀਂ ਵੀ ਇੱਥੇ ਆ ਜਾਓ। ਸਾਨੂੰ ਉਹਨਾਂ ਨੇ 에ਅਰ ਕੰਡੀਸ਼ਨ ਕਮਰੇ ਜਿਹੜੇ ਕਿ 700 ਰੁਪਏ ਜਿਹਦਾ ਕਿਰਾਇਆ ਹੈ ਸਾਨੂੰ ਫ੍ਰੀ ਦਿੱਤੇ। ਉਹਨਾਂ ਨੇ ਕਿਹਾ ਕਿ ਸੰਗਤੋ ਇਹ ਤੁਹਾਡਾ ਘਰ ਹੈ, ਗੁਰੂ ਦਾ ਘਰ ਹੈ, ਤੁਹਾਡੀ ਮਾਇਆ ਨਾਲ ਹੀ ਚੱਲਦਾ ਹੈ। ਇਹ ਬਾਬਾ ਬਲਵਿੰਦਰ ਸਿੰਘ ਖੰਨਾ ਸਾਹਿਬ, ਮੈਂ ਖੰਨਾ ਸਾਹਿਬ ਵਿੱਚੋਂ ਟੋਕ ਰਿਹਾ। ਖੰਨਾ ਸਾਹਿਬ ਸ਼ੁਕਰ ਕਰੋ ਕਿ ਤੁਸੀਂ ਬਾਬਾ ਜੀ ਦੀ ਗੱਲ ਕਰਕੇ 에ਅਰ ਕੰਡੀਸ਼ਨ ਕਮਰਿਆਂ ਦੀ ਗੱਲ ਕਰਦੇ ਆ। ਜੇ ਕਿਤੇ ਇਹੀ 에ਅਰ ਕੰਡੀਸ਼ਨ, ਕਿਉਂਕਿ ਪੰਜਾਬ 'ਚ ਤਾਂ ਇਸੇ ਗੱਲ ਦੇ ਉੱਤੇ ਸਿਆਪਾ ਪਿਆ ਵਾ ਕਿ 에ਅਰ ਕੰਡੀਸ਼ਨ ਬੱਸਾਂ 'ਚ ਲਿਆਂਦਾ ਗਿਆ ਤਾਂ ਕਰੋਨਾ ਮਹਾਮਾਰੀ। ਜੇ ਕਿਤੇ ਇੱਥੇ 에ਅਰ ਕੰਡੀਸ਼ਨ ਕਮਰਿਆਂ ਦੀ ਗੱਲ ਕਰਦੇ ਤਾਂ ਇੱਕ ਨਵੀਂ ਬਹਿਸ ਸ਼ੁਰੂ ਹੋ ਜਾਣੀ ਸੀ ਕਿ ਜਾਣਬੁੱਝ ਕੇ 에ਅਰ ਕੰਡੀਸ਼ਨ 'ਚ ਕਮਰਿਆਂ 'ਚ ਰੱਖਿਆ ਗਿਆ ਤਾਂ ਕਿ ਬਿਮਾਰੀ ਸਾਰਿਆਂ ਨੂੰ ਫੈਲ ਜੇ। ਇੱਕ ਨਜ਼ਰੀਆ ਹੈ, ਮੈਂ ਕਹਿ ਰਿਹਾ, ਇਸ ਕਰਕੇ ਮੈਂ ਤੁਹਾਡੀ ਗੱਲ ਨੂੰ ਵਿੱਚੋਂ ਟੋਕਿਆ। ਇੱਕ ਨਜ਼ਰੀਆ ਖੰਨਾ ਸਾਹਿਬ ਕਿ ਹਰ ਗੱਲ ਨੂੰ ਜਦੋਂ ਨੈਗੇਟਿਵ ਤਰੀਕੇ ਨਾਲ ਪੇਸ਼ ਕੀਤਾ ਜਾਂਦਾ ਹੈ। ਜੀ ਪਲੀਜ਼ ਤੁਸੀਂ ਆਪਣੀ ਗੱਲ ਕੰਟੀਨਿਊ ਰੱਖੋ। ਮੈਂ ਉਹਨਾਂ ਨਾਲ ਗੱਲ ਕੀਤੀ ਔਰ ਉਹਨਾਂ ਨੇ ਮੈਨੂੰ ਦੱਸਿਆ ਕਿ ਜਦੋਂ ਇਹ ਹੋਇਆ ਕੰਮ ਤੇ ਇੱਥੇ ਜਿਹੜਾ ਹੈ
ਬਾਬਾ ਜੀ ਨੇ ਕਿਹਾ ਕਿ ਤੁਸੀਂ ਫਿਕਰ ਨਾ ਕਰੋ, ਟ੍ਰੇਨ ਬੰਦ ਹੋ ਗਈਆਂ ਨੇ, ਤੁਹਾਡੇ ਪੈਸੇ ਨੇ ਬਾਈ 에ਅਰ ਜਿਹੜਾ ਹੈ ਟਿਕਟ ਉਹ ਵੀ ਗੁਰੂ ਦੀ ਗੋਲਕ ਚੋਂ ਦਿੱਤੀ ਜਾਏਗੀ, ਕਿਉਂਕਿ ਉਹ ਵੀ ਤੁਹਾਡੇ ਹੀ ਨੇ। ਔਰ ਜੇ ਤੁਸੀਂ ਜੀ ਕਿਸੇ ਨੂੰ ਪੈਸੇ ਦੀ ਲੋੜ ਹੈ, ਉਹ ਵੀ ਲੰਗਰ ਵੀ ਕਹਿੰਦੇ ਰੋਜ਼ ਰਾਤ ਨੂੰ ਖੀਰ ਬਣਦਾ ਸੀ, ਸਵੇਰੇ ਪੂਰੀਆਂ ਬਣਦੀ ਸੀ, ਕਿਸੇ ਦੀ ਕੋਈ ਪ੍ਰੋਬਲਮ ਨਹੀਂ ਸੀ। ਸਮੇਂ-ਸਮੇਂ ਦੇ ਉੱਤੇ ਮੈਡੀਕਲ ਚੈੱਕ ਵੀ ਹੁੰਦਾ ਸੀਗਾ। ਜਦੋਂ ਇਹ ਰੌਲਾ ਪਿਆ ਕਿ ਬਈ ਜਿਹੜਾ ਹੈ ਪੰਜਾਬ ਤੋਂ ਬੱਸਾਂ ਆ ਰਹੀਆਂ ਨੇ ਲਿਜਾਣ ਨੂੰ, ਲੇਕਿਨ ਉਸ ਤੋਂ ਪਹਿਲਾਂ ਕੁਝ ਬੰਦਿਆਂ ਨੇ ਗੱਲ ਕੀਤੀ ਅਸੀਂ ਵਾਪਸ ਜਾਣਾ ਹੈ, ਫਿਰ ਅਲੱਗ-ਅਲੱਗ ਹੀ ਸਾਰੇ ਕਹਿਣ ਲੱਗ ਪਏ। ਬਾਬਾ ਜੀ ਨੇ ਸਮਝਾਇਆ ਵੀ ਚਲੋ ਠੀਕ ਹੈ, ਇਹ ਹੁਕਮ ਹੋ ਗਿਆ ਕਿ ਜੀ ਹਰਸਿਮਰਤ ਬਾਦਲ ਨੇ ਕਹੋ ਜਾਂ ਕਿਸੇ ਨੂੰ ਕਹੋ, ਮੈਂ ਇਸ ਗੱਲ 'ਚ ਨਹੀਂ ਜਾਣਾ ਚਾਹੁੰਦਾ ਕਿ ਸੈਂਟਰ ਤੋਂ ਇਜਾਜ਼ਤ ਮਿਲ ਗਈ ਕਿ ਬੱਸਾਂ ਲਿਜਾਣ ਦੀ। ਜਦੋਂ ਹੁਣ ਬੱਸਾਂ ਉੱਥੇ ਪਤਾ ਲੱਗ ਗਿਆ ਕਿ ਬੱਸਾਂ ਆ ਰਹੀਆਂ ਨੇ, ਤਾਂ ਜਿਹੜੇ ਲੋਕ ਉੱਥੇ ਲੰਗਰ ਸਾਹਿਬ ਦੇ ਵਿੱਚ ਨਹੀਂ, ਆਲੇ ਦੁਆਲੇ ਫੈਕਟਰੀਆਂ ਵਗੈਰਾ 'ਚ ਕੰਮ ਕਰਦੇ ਸੀ ਜਾਂ ਹੋਰ ਕਿਤੇ ਕੰਮ ਕਰਦੇ ਸੀ, ਉਹਨਾਂ ਨੇ ਵੀ ਜਿੱਦਣ ਬੱਸਾਂ ਆਈਆਂ ਉੱਥੇ ਆਉਣਾ ਸ਼ੁਰੂ ਕਰ ਦਿੱਤਾ। ਔਰ ਉਹ ਬੰਦਿਆਂ ਨੂੰ ਜਿਹੜੀ ਹੋਈ ਗਲਤ, ਔਰ ਜਿਹੜੇ ਕੁਝ ਡਰਾਈਵਰ ਉੱਥੋਂ ਆਏ ਪੰਜਾਬ ਤੋਂ ਭੇਜੇ, ਉਹਨਾਂ ਨੇ 6-7 ਘੰਟੇ ਉੱਥੇ ਸੰਗਤ ਦੇ ਨਾਲ ਰਹੇ, ਲੰਗਰ 'ਚ ਰਹੇ, ਉਹਨਾਂ ਦੇ ਵੀ ਜਿਹੜਾ ਹੈ ਉਹ ਕਰੋਨਾ ਪੋਜ਼ਿਟਿਵ ਨਿਕਲਿਆ। ਔਰ ਫਿਰ ਇਹ ਜਿਹੜੇ ਬੰਦੇ ਆਏ, ਇਹਨਾਂ ਨੂੰ ਜਿਹੜੇ ਬੰਦੇ ਜਿਹੜੇ ਅਫਸਰ ਇੱਥੋਂ ਗਏ ਹੋਏ ਸੀ, ਇਹਨਾਂ ਨੂੰ ਵੀ ਉਹ ਜਿਹੜੇ ਬੰਦੇ ਉੱਥੇ ਹਜ਼ੂਰ ਸਾਹਿਬ 'ਚ ਆਲਰੇਡੀ ਠਹਿਰ ਰਹੇ ਸੀ, ਉਹਨਾਂ ਦੇ ਨਾਲ ਹੀ ਬੱਸਾਂ ਦੇ ਵਿੱਚ ਚੜਾਉਣਾ ਸ਼ੁਰੂ ਕਰ ਦਿੱਤਾ। ਕੁਝ ਬੰਦੇ ਜਿਹੜੇ ਨੇ ਪਹਿਲਾਂ ਆਪਣੀਆਂ ਟੈਂਪੂ ਟਰੈਵਲ ਲੈ ਕੇ ਆਪਣੇ ਤੌਰ ਦੇ ਉੱਤੇ ਉਹਨਾਂ ਨੇ ਪੰਜਾਬ ਵੱਲ ਨੂੰ ਆਉਣਾ ਸ਼ੁਰੂ ਕਰ ਦਿੱਤਾ। ਕਹਿੰਦੇ ਵਿੰਗ ਕਮਾਂਡਰ ਸਾਹਿਬ ਕਹਿੰਦੇ ਕਿ ਮੈਂ ਉਹਨਾਂ ਨੂੰ ਸਮਝਾਇਆ ਕਿ ਛੋਟੇ ਛੋਟੇ ਬੱਚੇ ਨੇ, ਇੰਨੀ ਦੂਰ ਦਾ ਰਸਤਾ ਹੈ, ਤੁਸੀਂ ਇਹ ਕਿਉਂ ਜਾ ਰਹੇ ਹੈਗੇ ਹੋ, ਤੁਸੀਂ ਰੁਕੋ, ਤੁਹਾਨੂੰ ਇੱਥੇ ਕੀ ਪ੍ਰੋਬਲਮ ਹੈ, ਪਰ ਨਹੀਂ ਸੁਣੀ। ਉਹਨਾਂ ਲੋਕਾਂ ਨੂੰ ਆ ਕੇ ਮੱਧ ਪ੍ਰਦੇਸ਼ ਦੇ ਬਾਰਡਰ ਦੇ ਉੱਤੇ ਰੋਕ ਲਿਆ ਗਿਆ ਔਰ ਉਹਨਾਂ ਨੂੰ ਕੋਈ ਇੰਤਜ਼ਾਮ ਨਹੀਂ ਸੀ। ਔਰ ਉਹ ਕਹਿੰਦੇ ਨੇ ਕਿ ਉਹਨਾਂ ਨੂੰ ਉੱਥੇ ਹੀ ਰੱਖਿਆ ਗਿਆ ਜਿੱਥੇ ਤਬਲੀਗੀ ਜਮਾਤ ਦੇ ਬੰਦਿਆਂ ਨੂੰ ਆਈਸੋਲੇਟ ਕੀਤਾ ਸੀ। ਹੁਣ ਸਭ ਤੋਂ ਵੱਡੀ ਗੱਲ ਜਿਸ ਕਰਕੇ ਉਹ ਗੁੱਸੇ ਸੀ, ਉਹ ਸੀ, ਮੈਨੂੰ ਕਹਿੰਦੇ ਕਰਨਲ ਸਾਹਿਬ ਤੁਸੀਂ ਫੌਜ 'ਚ ਰਹੇ ਹੋ, ਜੇ ਕਿਤੇ ਕਨਵੋਏ ਜਾਣੀ ਹੁੰਦੀ ਹੈ ਤਾਂ ਕਿੰਨਾ ਅਰੇਂਜਮੈਂਟ ਕੀਤਾ ਜਾਂਦਾ ਹੈ, ਕਿੰਨੀ ਪਲੈਨਿੰਗ ਕੀਤੀ ਜਾਂਦੀ ਹੈ, ਕਿੱਥੇ ਜਾਣਾ ਹੈ, ਕਿੱਥੇ ਰੁਕਣਾ ਹੈ, ਕਿੱਥੇ ਟੈਂਟ ਲਾਉਣੇ ਨੇ, ਖਾਣਾ ਕਿੱਦਾਂ, ਪਾਣੀ ਕਿੱਦਾਂ। ਕਹਿੰਦਾ ਇੱਥੇ ਕੁਝ ਨਹੀਂ, ਬਸ ਬੱਸਾਂ ਆ ਗਈਆਂ, ਚੜੋ ਚੜੋ ਚੜੋ। ਕਹਿੰਦਾ ਕਿਸੇ ਨੇ ਕੋਈ ਪਲੈਨਿੰਗ ਨਹੀਂ ਕੀਤੀ ਕਿ ਰਸਤੇ ਦੇ ਵਿੱਚ ਸੁਸੂ ਕਰਨ ਲਈ ਕਿੱਥੇ ਰੁਕਣਾ ਹੈ, ਰੋਟੀ ਖਾਣ ਲਈ ਕਿੱਥੇ ਰੁਕਣਾ ਹੈ, ਔਰ ਜਿਹੜਾ ਹੈ ਇਹਨਾਂ ਦਾ ਅਰੇਂਜਮੈਂਟ ਕੀ ਹੋਏਗਾ, ਕਿਸੇ ਨੂੰ ਕੁਝ ਨਹੀਂ। ਉਹਨਾਂ ਨੇ ਕਿਹਾ ਕਿ ਜਿੱਦਾਂ ਕਣਕ ਦੀਆਂ ਬੋਰੀਆਂ ਟਰੱਕਾਂ 'ਚ ਭਰ ਕੇ ਭੇਜੀ ਦੀਆਂ, ਉੱਦਾਂ ਇਹ ਭੇਜ ਦਿੱਤੀਆਂ ਵੀ ਬੰਦੇ, ਉਹ ਇਨਸਾਨ ਨੇ, ਇਹ ਕੋਈ ਕਣਕ ਦੀਆਂ ਬੋਰੀਆਂ ਤਾਂ ਨਹੀਂ, ਕੁਛ ਤਾਂ ਪਲੈਨਿੰਗ ਕਰ ਲਓ। ਔਰ ਉਹਨਾਂ ਦਾ ਸਭ ਤੋਂ ਕਰਨਲ ਸਾਹਿਬ ਆਪਾਂ ਜਵਾਬ ਲਵਾਂਗੇ। ਕਰਨਲ ਸਾਹਿਬ ਠੀਕ ਹੈ ਜੀ ਸਰ, ਆਪਾਂ ਜਵਾਬ ਲੈਣੇ ਆ ਇਸ ਮੁੱਦੇ ਤੇ, ਫਿਰ ਮੈਂ ਦੁਬਾਰਾ ਆਵਾਂਗਾ ਤੁਹਾਡੇ ਵੱਲ, ਆਪਾਂ ਜਵਾਬ ਲੈਣੇ ਇਸ ਮੁੱਦੇ ਤੇ। ਪਰ ਕਾਫੀ ਦੇਰ ਦੇ ਅਮਰਿੰਦਰ ਜੀ ਇੰਤਜ਼ਾਰ ਕਰ ਰਹੇ ਆ। ਅਮਰਿੰਦਰ ਜੀ, ਮੈਂ ਇਸੇ ਮੁੱਦੇ ਤੇ ਜਿਹੜੀ ਪੋਲਿਟਿਕਸ ਕੀਤੀ ਜਾ ਰਹੀ ਆ, ਅਕਾਲੀ ਦਲ ਵੱਲੋਂ ਆਪਣਾ ਇਹ ਕਰਵਈਆ ਹੈ ਕਿ ਕਿਸ ਢੰਗ ਦੇ ਨਾਲ ਕਿਹਾ ਜਾ ਰਿਹਾ ਕਿ ਕਾਂਗਰਸ ਜਾਂ ਕੈਪਟਨ ਅਮਰਿੰਦਰ ਦੀ ਸਰਕਾਰ ਦੇ ਪ੍ਰਬੰਧਾਂ 'ਚ ਬਹੁਤ ਵੱਡੀਆਂ ਖਾਮੀਆਂ ਰਹੀਆਂ, ਤੇ ਕਾਂਗਰਸ ਵੱਲੋਂ ਆਪਣੇ ਤੌਰ ਤੇ ਜਿਹੜੇ ਹੈਗੇ ਉਹਦੇ ਤੇ ਦਾਅਵੇ ਕੀਤੇ ਜਾ ਰਹੇ। ਅਮਰਿੰਦਰ ਜੀ, ਤੁਸੀਂ ਕਿਉਂਕਿ ਸਿੱਧੇ ਤੌਰ ਤੇ ਸਿੱਖ ਸੰਗਤ ਦੇ ਨਾਲ, ਸਿੰਘ ਭਾਈਚਾਰੇ ਦੀ ਲੰਬੇ ਸਮੇਂ ਤੋਂ ਸੇਵਾ ਵੀ ਕਰਦੇ ਆ ਰਹੇ ਹੋ, ਕਿਵੇਂ ਦੇਖਦੇ ਹੋ ਇਸ ਮਾਮਲੇ ਨੂੰ? ਦੇਖੋ ਸਿੱਧੂ ਸਾਹਿਬ, ਮੈਂ ਰਾਠੌਰ ਸਾਹਿਬ ਨੂੰ ਵੀ ਤੇ ਕਰਨਲ ਸਾਹਿਬ ਨੂੰ ਵੀ ਸੁਣਿਆ, ਤੇ ਬਿਹਤਰ ਇਹ ਹੁੰਦਾ ਕਿ ਅਸੀਂ ਸਾਰੇ ਰਲ ਕੇ ਇਸ ਮਹਾਂਮਾਰੀ ਦੇ ਵਿੱਚੋਂ ਕਿਵੇਂ ਨਿਕਲਣਾ ਹੈ, ਆਪਣੇ ਸਾਰੀ ਪਬਲਿਕ ਨੂੰ ਕਿਵੇਂ ਕੱਢਣਾ ਹੈ, ਅਸੀਂ ਉਹਦੇ ਬਾਰੇ ਡਿਸਕਸ ਕਰ ਰਹੇ ਹੁੰਦੇ। ਲੇਕਿਨ ਅਸੀਂ ਅਫਸੋਸ ਨਾਲ ਕਹਿਣਾ ਪੈ ਰਿਹਾ ਕਿ ਅਸੀਂ ਕੁਝ ਹੋਰ ਹੀ ਚੀਜ਼ਾਂ ਡਿਸਕਸ ਕਰ ਰਹੇ ਹਾਂ, ਤੇ ਜਿਹੜੀਆਂ ਕਿ ਬੜੀ ਨਮੋਸ਼ੀ ਵਾਲੀ ਗੱਲ ਦੇਖਣ ਨੂੰ ਮਿਲ ਰਹੀ ਹੈ। ਤੇ ਜਿੱਥੋਂ ਤੱਕ ਦੇਖੋ ਹਜੂਰ ਸਾਹਿਬ ਦੀ ਜਿਹੜੀ ਸੰਗਤ ਹੈ, ਉਸ ਨੂੰ ਲੈ ਕੇ ਆਉਣ ਦਾ ਸਵਾਲ ਹੈਗਾ। ਸੰਗਤ ਜਿਹੜੀ ਸੀ ਉੱਥੇ ਮੈਡੀਕਲ ਕਾਲਜ ਹੈਗਾ ਨੰਦੇੜ ਦੇ ਵਿੱਚ, ਉਹਨਾਂ ਨੂੰ 1.5 ਮਹੀਨੇ ਦੇ ਵਿੱਚ 3 ਵਾਰੀ ਟੈਸਟ ਕੀਤਾ, ਉਹ ਸਾਰੇ ਬੰਦੇ ਨੈਗੇਟਿਵ ਸੀ। ਤੇ ਉਹੀ ਰਿਪੋਰਟ ਜਿਹੜੀ ਹੈ ਯੂਨੀਅਨ ਗਵਰਨਮੈਂਟ ਨੂੰ ਵੀ ਭੇਜੀ ਗਈ, ਉਹੀ ਰਿਪੋਰਟ ਜਿਹੜੀ ਹੈ ਪੰਜਾਬ ਗਵਰਨਮੈਂਟ ਨੂੰ ਵੀ ਭੇਜੀ ਗਈ ਕਿ ਜਿੰਨੀ ਇੱਥੇ ਪਬਲਿਕ ਹੈਗੀ ਹੈ ਸਾਰੀ ਨੈਗੇਟਿਵ ਹੈ। ਪੂਰੇ ਨੰਦੇੜ ਦੇ ਵਿੱਚ 2 ਕੇਸ ਸੀਗੇ ਕਰੋਨਾ ਦੇ। ਲੇਕਿਨ ਜਿਸ ਦਿਨ ਮਤਲਬ ਉਹਨਾਂ ਨੂੰ ਲਿਆਉਣ ਦੀ ਗੱਲ ਹੋਈ ਹੈ, ਉਸ ਤੋਂ 2 ਦਿਨ ਪਹਿਲਾਂ ਜਿਵੇਂ ਕਰਨਲ ਸਾਹਿਬ ਨੇ ਗੱਲ ਕੀਤੀ ਹੈ ਕਿ ਉੱਥੇ ਬੰਦੇ ਬਾਹਰੋਂ ਆਉਣ ਲੱਗ ਗਏ। ਮੈਂ ਇਹ ਪੁੱਛਣਾ ਚਾਹੁੰਦਾ ਹਾਂ ਦੋਨੋਂ ਆਪਣੇ ਪੈਨਲਿਸਟ ਨੂੰ ਕਿ ਉਹ ਬੰਦਿਆਂ ਨੂੰ ਕਿਸ ਨੇ ਇਨਵੈਸਟੀਗੇਟ ਕੀਤਾ ਕਿ ਤੁਸੀਂ ਹਜੂਰ ਸਾਹਿਬ ਪਹੁੰਚ ਜਾਓ, ਤੁਹਾਨੂੰ ਪੰਜਾਬ ਲੈ ਜਾਵਾਂਗੇ, ਜਦੋਂ ਕਿ ਪੂਰੀ ਕੰਟਰੀ ਦੇ ਵਿੱਚ ਸਭ ਨੂੰ ਕਿਹਾ ਜਾ ਰਿਹਾ ਆਪਣੇ ਘਰੋਂ ਬਾਹਰ ਨਹੀਂ ਨਿਕਲਣਾ, ਲੋਕਡਾਊਨ 'ਚ ਰਹਿਣਾ ਹੈ ਤੇ ਦੂਸਰੇ ਦੇ ਨਾਲ ਸੋਸ਼ਲ ਡਿਸਟੈਂਸਿੰਗ ਮੇਨਟੇਨ ਕਰਨੀ ਹੈ। ਉਹ ਇਹ ਕਿਹੜੇ ਬੰਦੇ ਸੀਗੇ ਜਿਨ੍ਹਾਂ ਨੇ ਉਹ ਬੰਦਿਆਂ ਨੂੰ ਕਿਹਾ ਕਿ ਹਜੂਰ ਸਾਹਿਬ ਇਕੱਠੇ ਹੋ? ਸੋ ਉਹ ਬੰਦਿਆਂ ਦੀਆਂ ਵੀਡੀਓਜ਼ ਵੀ ਆ ਗਈਆਂ, ਬੜੀ ਸ਼ੇਖੀ ਦੇ ਵਿੱਚ ਕਹਿ ਰਹੇ ਕਿ ਅਸੀਂ ਉਹ ਬੰਦਿਆਂ ਨੂੰ ਕਿਹਾ।
ਮਤਲਬ ਉਹਨਾਂ ਨੂੰ ਪਿਨ ਪੁਆਇੰਟ ਕਰਨ ਦੀ ਲੋੜ ਹੈ ਤੇ ਗਵਰਨਮੈਂਟ ਨੂੰ ਚਾਹੀਦਾ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕਰਨੀ ਚਾਹੀਦੀ ਹੈ। ਇਨੋਸੈਂਟ ਯਾਤਰੀ ਜਿਹੜੇ ਉੱਥੇ 1.5 ਮਹੀਨੇ ਤੋਂ ਫਸੇ ਹੋਏ ਸੀਗੇ। ਅਮਰਿੰਦਰ ਜੀ ਆਮ ਸੌਰੀ ਅਮਰਿੰਦਰ ਜੀ ਵਿੱਚੋਂ ਟੋਕ ਕੇ ਮੈਂ ਸਵਾਲ ਰਹੇ ਹਾਂ ਕਿਉਂਕਿ ਦਰਸ਼ਕ ਤੁਹਾਨੂੰ ਸੁਣ ਰਹੇ ਆ। ਬਹੁਤ ਸੰਜੀਦਾ ਤੇ ਨਾਜ਼ੁਕ ਮਾਮਲਾ ਜਦੋਂ ਤੁਸੀਂ ਕਹਿ ਰਹੇ ਹੋ ਕਿ ਵੀਡੀਓਜ਼ ਆ ਗਈਆਂ, ਕੌਣ ਲੋਕ ਹੈਗੇ ਜਿਹੜੇ ਦੋਸ਼ੀ, ਜਦੋਂ ਤੁਸੀਂ ਰਿਕਾਰਡ ਤੇ ਗੱਲ ਕਰ ਰਹੇ ਹੋ ਤੁਸੀਂ ਕੀ ਸਮਝਦੇ ਹੋ ਕਿ ਕੌਣ ਲੋਕ ਹੈ ਜਾਂ ਕਿਹੜੀ ਧਿਰ ਹੈ, ਅਕਾਲੀ ਦਲ ਹੈ, ਕਾਂਗਰਸ ਹੈ, ਆਪ ਹੈ, ਕੌਣ ਹੈ ਜਿਨ੍ਹਾਂ ਨੇ ਕਿਹਾ ਜਾਂ ਲੋਕਾਂ ਨੂੰ ਉੱਥੇ ਇਕੱਠੇ ਕੀਤਾ ਸੰਗਤ ਦੇ ਨਾਲ? ਦੇਖੋ ਉਹਦੇ ਵਿੱਚ ਤਾਂ ਜਿਹੜੀ ਵੀਡੀਓਜ਼ ਆਈਆਂ ਹੈਗੀਆਂ ਜਾਂ ਜਿਹੜੇ ਫੇਸਬੁੱਕ ਦੇ ਉੱਪਰ ਕਮੈਂਟਸ ਉਹਨਾਂ ਨੇ ਸ਼ੇਖੀ ਚ ਪਾਏ ਆ, ਉਹ ਇੱਕ ਤਾਂ ਇਹਨਾਂ ਦੇ ਬ੍ਰਿਗੇਡੀਅਰ ਰਾਜਕੁਮਾਰ ਹੈਗੇ ਆ ਕੋਈ ਨਵਾਂ ਸ਼ਹਿਰ ਦੇ, ਇੱਕ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਦੀਆਂ ਵੀਡੀਓਜ਼ ਚੱਲੀਆਂ ਹੈਗੀਆਂ ਕਿ ਬਈ ਮੈਂ ਸ਼ਰਦ ਪਵਾਰ ਨਾਲ ਗੱਲ ਕੀਤੀ, ਫਿਰ ਮੈਂ ਬਾਬਾ ਜੀ ਨਾਲ ਗੱਲ ਕੀਤੀ ਕਿ ਬਾਬਾ ਜੀ ਉਹ ਬੰਦਿਆਂ ਨੂੰ ਅੰਦਰ ਨਹੀਂ ਸੀ ਵੜਨ ਦੇ ਰਹੇ ਗੁਰਦੁਆਰੇ ਦੇ, ਤੇ ਮੈਂ ਉਹਨਾਂ ਨੂੰ ਬੇਨਤੀ ਕੀਤੀ। ਸੋ ਇਹ ਚੀਜ਼ਾਂ ਮਤਲਬ ਜਾਣਦੇ ਬੁੱਝਦੇ ਹੋਏ ਕਿ ਇੰਨੀ ਖਤਰਨਾਕ ਬਿਮਾਰੀ ਹੈਗੀ ਹੈ ਤੇ ਤੁਸੀਂ ਜਿਹੜੇ ਬੰਦੇ ਟੈਸਟ ਨਹੀਂ ਹੋਏ ਉਹਨਾਂ ਨੂੰ ਤੁਸੀਂ ਇੱਕ ਮਤਲਬ ਕਲੀਨ ਬੰਦਿਆਂ ਦੇ ਵਿੱਚ ਜ਼ਬਰਦਸਤੀ ਆਪਣਾ ਪੋਲੀਟੀਕਲ ਇਨਫਲੂਐਂਸ ਵਰਤ ਕੇ ਉਹਨਾਂ ਨੂੰ ਮਤਲਬ ਕੰਟੈਮੀਨੇਟ ਕੀਤਾ ਹੈ। ਇਹ ਬਹੁਤ ਹੀ ਮੰਦਭਾਗੀ ਗੱਲ ਹੈ ਤੇ ਮਤਲਬ ਇਹਦੀ ਜਿੰਨੀ ਨਿੰਦਾ ਕੀਤੀ ਜਾਵੇ ਉਨੀ ਘੱਟ ਹੈ। ਤੇ ਖਾਲੀ ਨਿੰਦਾ ਦੀ ਗੱਲ ਨਹੀਂ ਹੈ, ਇਹ ਕ੍ਰਿਮੀਨਲ ਕੰਮ ਕੀਤਾ ਹੈ ਤੇ ਇਨੋਸੈਂਟ ਬੰਦਿਆਂ ਨੂੰ ਇਹਨਾਂ ਨੇ ਕੰਟੈਮੀਨੇਟ ਕੀਤਾ, ਉਹਨਾਂ ਨੂੰ ਮੌਤ ਦੇ ਮੂੰਹ 'ਚ ਧਕੇਲਿਆ। ਇਹਦੀ ਕਾਰਵਾਈ ਹੋਣੀ ਚਾਹੀਦੀ ਹੈ। ਜਿਹੜੇ ਵੀ ਬੰਦੇ ਰਿਸਪੌਂਸਿਬਲ ਹੈਗੇ, ਭਾਵੇਂ ਸੈਂਟਰਲ ਗਵਰਨਮੈਂਟ ਹੈ, ਭਾਵੇਂ ਕੋਈ ਗਵਰਨਮੈਂਟ ਹੈ, ਭਾਵੇਂ ਮਹਾਰਾਸ਼ਟਰ ਗਵਰਨਮੈਂਟ ਹੈ, ਉਹਨੂੰ ਇਹ ਕਾਰਵਾਈ ਕਰਨੀ ਚਾਹੀਦੀ ਹੈ ਕਿ ਇਹ ਹਰਕਤ ਕਿਵੇਂ ਹੋਈ। ਸੋ ਮੈਂ ਇੱਕ ਤੁਹਾਡੇ ਮਾਧਿਅਮ ਰਾਹੀਂ ਇਹ ਜੋ ਵੀ ਪਾਵਰਸ ਹੈਗੀਆਂ ਉਹਨਾਂ ਨੂੰ ਅਪੀਲ ਕਰਾਂਗਾ ਕਿ ਤਾਂ ਕਿ ਇਹ ਚੀਜ਼ ਦੁਬਾਰਾ ਰਿਪੀਟ ਨਾ ਹੋਵੇ ਕਿਤੇ ਹੋਰ, ਕਿਉਂਕਿ ਪੋਲੀਟੀਸ਼ੀਅਨ ਜਿਹੜੇ ਹੈਗੇ ਆ ਉਹ ਆਪਣਾ ਗਲਤ ਇਨਫਲੂਐਂਸ ਯੂਜ਼ ਕਰ ਰਹੇ ਆ ਤੇ ਧੱਕੇਸ਼ਾਹੀ ਦੇ ਨਾਲ ਉਹਨਾਂ ਨੂੰ ਮਤਲਬ ਸਮਝ ਹੈ ਨਹੀਂ ਇਸ ਚੀਜ਼ ਦੀ ਕਿ ਬਈ ਇਹ ਅਸੀਂ ਕਿਸ ਚੀਜ਼ ਨਾਲ ਡੀਲ ਕਰ ਰਹੇ ਆ। ਇਹ ਚੀਜ਼ ਨਹੀਂ ਹੋਣੀ ਚਾਹੀਦੀ। ਇਹ ਮਤਲਬ ਜਿਹੜੀ ਚੀਜ਼ ਹੋਈ ਹੈ ਸਾਹਮਣੇ ਆਈ ਹੈ, ਵੀਡੀਓਜ਼ ਸੋਸ਼ਲ ਮੀਡੀਆ ਤੇ ਚੱਲ ਰਹੀਆਂ, ਟੀਵੀ ਚੈਨਲਸ ਦੇ ਉੱਪਰ ਵੀ ਚੱਲੀਆਂ ਹੈਗੀਆਂ। ਪ੍ਰੋਫੈਸਰ ਸਾਹਿਬ ਦੀ ਆਪਣਾ ਚੰਦੂ ਮਾਜਰਾ ਜੀ ਦੀ ਵੀਡੀਓ ਵੀ ਚੱਲੀ ਹੈ ਤੇ ਆਪਣਾ ਬ੍ਰਿਗੇਡੀਅਰ ਰਾਜਕੁਮਾਰ ਨੂੰ ਤਾਂ ਮੈਂ ਖੁਦ ਸੁਣਿਆ ਕਿ ਉਹ ਕਹਿ ਰਿਹਾ ਮੇਰੀ ਨੌਲੇਜ ਦੇ ਵਿੱਚ ਹੈਗਾ ਕਿ ਵੀ ਉਹ ਬੰਦੇ ਜਿਹੜੇ ਆ ਉੱਥੇ ਹਜੂਰ ਸਾਹਿਬ ਜਾ ਰਹੇ ਆ, ਇਕੱਠੇ ਹੋ ਰਹੇ ਆ ਤੇ ਉਹ ਧੰਨਵਾਦ ਕਰ ਰਿਹਾ ਹਰਸਿਮਰਤ ਕੌਰ ਬਾਦਲ ਦਾ ਕਿ ਤੁਸੀਂ ਉਹਨਾਂ ਨੂੰ ਮਤਲਬ ਲਿਆਉਣ ਦਾ ਇੰਤਜ਼ਾਮ ਕਰ ਰਹੇ ਹੋ। ਸੋ ਲਿਆਉਣ ਦਾ ਇੰਤਜ਼ਾਮ ਤਾਂ ਐਕਚੁਅਲੀ ਕਰਨਾ ਸੀਗਾ ਜਿਹੜੇ ਬੰਦੇ ਮੈਡੀਕਲ ਕਾਲਜ ਨੰਦੇੜ ਨੇ ਕਲੀਨ ਟੈਸਟੀਫਾਈ ਕਰਤੇ ਸੀ ਕਿ ਮਤਲਬ ਪੋਜ਼ਿਟਿਵ ਨਹੀਂ ਹੈ, ਲੇਕਿਨ ਉਹਨਾਂ ਦੇ ਵਿੱਚ ਹੀ ਬੰਦੇ ਹੋਰ ਵਾੜੇ ਗਏ। ਉਹ ਬੰਦੇ ਮਤਲਬ ਜਿਹੜੇ ਵਾੜੇ ਗਏ ਆ ਉਹ ਕ੍ਰਿਮੀਨਲ ਕੰਮ ਹੈ ਤੇ ਉਹਦੀ ਕਾਰਵਾਈ ਹੋਣੀ ਚਾਹੀਦੀ ਹੈ। ਮੈਂ ਪੂਰੀ ਸਿੱਖ ਸੰਗਤ ਵੱਲੋਂ ਇਹ ਸਰਕਾਰ ਨੂੰ ਅਪੀਲ ਕਰਾਂਗਾ ਕਿ ਇਹਦੇ ਤੇ ਕ੍ਰਿਮੀਨਲ ਕੇਸ ਰਜਿਸਟਰ ਹੋ ਕੇ ਕਾਰਵਾਈ ਹੋਣੀ ਚਾਹੀਦੀ ਹੈ। ਤੁਸੀਂ ਗਰੀਬ ਆਦਮੀ ਨੂੰ ਤਾਂ ਮਾੜਾ ਜਿਹੜਾ ਕਰਫਿਊ ਬ੍ਰੇਕ ਕਰ ਰਿਹਾ ਉਹਨੂੰ ਤਾਂ ਡੰਡੇ ਮਾਰ ਕੇ ਬੁਰੇ ਹਾਲ ਕਰ ਦਿੰਦੇ ਹੋ। ਇੱਥੇ ਤੁਸੀਂ ਮੌਤ ਦੇ ਮੂੰਹ 'ਚ ਬੰਦੇ ਧਕੇਲ ਤੇ 3000 ਬੰਦੇ ਨੂੰ। ਸੋ ਇਹ ਕ੍ਰਿਮੀਨਲ ਅਫੈਂਸ ਹੈਗਾ ਤੇ ਇਹਦੇ ਤੇ ਕਾਰਵਾਈ ਹੋਣੀ ਚਾਹੀਦੀ ਹੈ। ਮੈਂ ਤੁਹਾਡੇ ਮਾਧਿਅਮ ਰਾਹੀਂ ਤੁਹਾਡਾ ਵਿਊ ਪੁਆਇੰਟ ਆ ਗਿਆ ਜੀ, ਤੁਹਾਡਾ ਵਿਊ ਪੁਆਇੰਟ ਆ ਗਿਆ। ਮੈਂ ਰਠੌਰ ਸਾਹਿਬ ਤੋਂ ਇਸ ਮੁੱਦੇ ਤੇ, ਰਠੌਰ ਸਾਹਿਬ ਜਿੱਦਾਂ ਕੰਨ ਸਿਟੀ ਕੰਬੋਜ ਹੋਣਾ ਨੇ ਇੱਕ ਤਾਂ ਉੱਥੋਂ ਜਿਹੜੀਆਂ ਜਿਸ ਤਰੀਕੇ ਨਾਲ ਸੰਗਤ ਨੂੰ ਲਿਆਂਦਾ ਗਿਆ, ਉਹਨਾਂ ਨੇ ਉਹ ਸ਼ਬਦ ਇਸਤੇਮਾਲ ਕੀਤੀ ਹੈ ਕਿ ਕਣਕ ਦੀਆਂ ਬੋਰੀਆਂ ਦੀ ਤਰ੍ਹਾਂ ਇੱਦਾਂ ਭਰ ਕੇ ਬੱਸਾਂ 'ਚ, ਬਹੁਤ ਵੱਡੀ ਲਾਪਰਵਾਹੀ, ਸਰਕਾਰ ਦੀ ਨਲਾਇਕੀ। ਦੂਜੀ ਗੱਲ ਅਮਰਿੰਦਰ ਹੋਣਾ ਨੇ ਜਿਹੜਾ ਸਵਾਲ ਖੜਾ ਕੀਤਾ ਹੈ ਕਿ ਉਹ ਲੋਕ ਸੰਗਤ 'ਚ ਕਿਵੇਂ ਸ਼ਾਮਲ ਹੋ ਗਏ ਜਿਹੜੇ ਕਿ ਸੰਗਤ ਦਾ ਹਿੱਸਾ ਨਹੀਂ ਸੀ, ਜਿਨ੍ਹਾਂ ਦੀ ਕੋਈ ਨਾ ਜਾਂਚ ਹੋਈ ਹੈ ਨਾ ਪਰਖ ਹੋਈ ਹੈ, ਜਿਨ੍ਹਾਂ ਲੋਕਾਂ ਨੇ ਉਹਨਾਂ ਨੂੰ ਲੈ ਕੇ ਆਉਣ ਦੇ ਲਈ ਇੱਦਾਂ ਉਤਸ਼ਾਹਿਤ ਕੀਤਾ ਜਾਂ ਉੱਥੇ ਸੱਦਾ ਦਿੱਤਾ, ਉਹਨਾਂ ਤੇ ਵੀ ਕਾਰਵਾਈ ਹੋਣੀ ਚਾਹੀਦੀ। ਇਹਨਾਂ ਦੋਨਾਂ ਮੁੱਦਿਆਂ ਤੇ ਰਠੌਰ ਜੀ ਮੈਂ ਤੁਹਾਡਾ ਜਵਾਬ ਲੈਣਾ ਚਾਹਾਂਗਾ। ਜੀ ਰਠੌਰ ਸਾਹਿਬ। ਜਗਤਾਰ ਜੀ, ਗੱਲ ਤਾਂ ਸਿੱਧੀ ਜੀ ਇਹ ਹੈ ਕਿ ਜੋ ਸਮਾਂ ਪਿਛਲੇ ਸਮੇਂ ਚੱਲਿਆ ਸੀਗਾ, ਚਾਹੀਦਾ ਤਾਂ ਇਹ ਸੀਗਾ ਕਿ ਜਿਹੜਾ ਬੰਦਾ, ਕਿ ਸਾਰੀ ਸਰਕਾਰਾਂ ਦੇ ਹੁਕਮ ਸੀਗੇ ਵੀ ਜਿਹੜਾ ਬੰਦਾ ਜਿੱਥੇ ਆ ਉੱਥੇ ਹੀ ਰਵੇ, ਔਰ ਜਿਹੜੇ ਸ਼ਰਧਾਲੂ ਸੀਗੇ ਉਹ ਤਾਂ ਇਹੀ ਜੀ ਥਾਂ ਤੇ ਸੀਗੇ ਕਿ ਪੂਰੇ ਸਾਨੂੰ ਮਾਣ ਹੈ ਕਿ ਅਸੀਂ ਇਹੋ ਜਿਹੇ ਸੂਬੇ 'ਚ ਰਹਿੰਦੇ ਹਾਂ ਜਿਹਦੇ ਸਿੱਖ ਬਹੁਲ ਸੂਬਾ ਹੈ ਤੇ ਜਿਸ ਕੌਮ ਦੇ ਨਾਲ ਅਸੀਂ ਰਹਿ ਰਹੇ ਹਾਂ, ਚਾਹੇ ਅਸੀਂ ਹਿੰਦੂ ਭਾਈਚਾਰੇ ਦਾ ਸੰਬੰਧ ਰੱਖਦੇ ਹਾਂ, ਕਿ ਸਾਨੂੰ ਮਾਣ ਹੈ। ਤਾਂ ਨੰਦੇੜ ਸਾਹਿਬ ਦੇ ਅੰਦਰ ਬੰਦੇ ਰਹਿ ਰਹੇ ਸੀ, ਕੋਈ ਦਿੱਕਤ ਨਹੀਂ ਸੀ। ਮੈਂ ਬਿਲਕੁਲ ਕੰਬੋਜ ਸਾਹਿਬ ਦੀ ਗੱਲ ਨਾਲ ਸਹਿਮਤ ਹਾਂ। ਔਰ ਜਿੱਥੇ ਤੱਕ ਇੱਕ ਗੱਲ ਕਰਦੇ ਬਦ ਇੰਤਜ਼ਾਮੀ ਦੀ, ਦੇਖੋ ਇਹ ਇਹੀ ਜੀ ਮਹਾਮਾਰੀ ਸੀ ਕਿ ਇੱਕਦਮ ਸੀਜ਼ਨ ਲੈਣੇ ਪਏ, ਹਿੰਦੁਸਤਾਨ ਤੱਕ ਨੂੰ ਲੋਕਡਾਊਨ ਕਰਨਾ ਪਿਆ ਸਾਨੂੰ। ਤਾਂ ਇਹ ਜੇ ਅੰਦਰ ਅਸੀਂ ਸਾਰੀ ਚੀਜ਼ਾਂ ਨੂੰ ਪ੍ਰੋਪਰ ਮੈਨੇਜ ਨਹੀਂ ਕਰ ਸਕਦੇ ਸੀਗੇ, ਕੋਈ ਵੀ ਸਰਕਾਰ ਹੁੰਦੀ, ਲੇਕਿਨ ਸਰਕਾਰ ਨੇ ਬਹੁਤ ਵੱਡਾ ਉਪਰਾਲਾ ਕੀਤਾ। ਔਰ ਜਿਹੜੀ ਗੱਲ ਇਹ ਬਾਰ-ਬਾਰ ਕਹਿ ਰਹੇ ਹੈ ਜੀ, ਉਹ ਕਣਕਾਂ ਦੀ ਬੋਰੀਆਂ, ਦੇਖੋ ਅੱਜ ਸਮਾਂ ਇਹੋ ਜਿਹਾ ਹੈ ਕਿ ਅਗਰ ਇੱਥੇ ਕੋਈ ਬੰਦੇ ਆਉਂਦੇ ਆ, ਕੋਈ ਵੀ ਬੰਦਾ ਪੰਜਾਬ ਦੇ ਅੰਦਰ ਐਂਟਰ ਕਰਦਾ ਤਾਂ ਉਹਨੂੰ ਕੁਆਰੰਟਾਈਨ ਕੀਤਾ ਜਾਂਦਾ ਹੈ। ਲੇਕਿਨ ਜਿਹੜੇ ਬੰਦੇ ਪਹਿਲਾਂ ਆਏ ਨੇ, ਉਹ ਹੋ ਸਕਦਾ ਉਹਨਾਂ ਚੋਂ ਕੁਝ ਬੰਦੇ ਇੱਧਰ ਉੱਧਰ ਹੋ ਗਏ ਹੋਣ। ਅੱਜ ਅਗਰ ਇਨ ਪੇਸ਼ੈਂਟਸ ਦਾ ਪਤਾ ਲੱਗ ਰਿਹਾ ਹੈ ਤਾਂ ਉਹਨਾਂ ਦੇ ਐਡਰੈਸ ਪਤਾ ਪ੍ਰੋਪਰ ਸਭ ਕੁਝ ਹੈ, ਉਹਨਾਂ ਦੇ ਟੈਸਟ ਹੋ ਰਹੇ ਨੇ, ਉਹ ਕੁਆਰੰਟਾਈਨ ਨੇ, ਤਾਂ ਹੀ ਉਸ ਬਿਮਾਰੀ ਦਾ ਪਤਾ ਲੱਗਿਆ ਕਿ ਉਹ ਬੰਦੇ ਸ਼ਾਮਲ ਨੇ। ਤਾਂ ਮੈਂ ਇਹ ਗੱਲ ਕੰਬੋਜ ਸਾਹਿਬ ਰਠੌਰ ਸਾਹਿਬ ਪਲੀਜ਼
ਡਾਕਟਰ ਸਾਹਿਬ ਤੁਸੀਂ ਆਪਣੀ ਗੱਲ ਕੰਬੋਜ ਸਾਹਿਬ ਨੂੰ ਜ਼ਰੂਰ ਕਹੋ, ਪਰ ਮੈਂ ਵਿੱਚ ਨਾਲ ਸਵਾਲ ਐਡ ਕਰਨਾ ਚਾਹਾਂਗਾ, ਉਹਦਾ ਜਵਾਬ ਵੀ ਦਿਓ। ਜਿੱਥੋਂ ਤੱਕ ਪ੍ਰਬੰਧਾਂ ਦਾ ਸਵਾਲ ਹੈ ਡਾਕਟਰ ਸਾਹਿਬ, ਦੇਖੋ ਜਦੋਂ ਐਡੀ ਵੱਡੀ ਭਿਆਨਕ ਖਤਰਨਾਕ ਬਿਮਾਰੀ ਹੈ, ਜਿਹੜੀ ਸੰਗਤ ਆਈ ਸੀ ਉੱਥੇ ਤਾਂ ਠੀਕ ਸੀ। ਜੇ ਸੰਗਤ ਦੇ ਨਾਲ ਰਾਤ ਨੂੰ ਗੁਰਦੁਆਰਾ ਸਾਹਿਬ ਖਿਲਾ ਕੇ ਉੱਥੋਂ ਬਾਹਰੋਂ ਜਿਹੜੇ ਹੈਗੇ ਦਿਹਾੜੀ ਕਰਨ ਵਾਲੇ ਲੋਕ, ਠੀਕ ਹੈ ਪੰਜਾਬੀ ਹੈ, ਅਸੀਂ ਉਹਨਾਂ ਦੇ ਆਉਣ 'ਤੇ ਇਤਰਾਜ਼ ਨਹੀਂ ਹੋ ਸਕਦਾ, ਪਰ ਸਵਾਲ ਇਹ ਹੈ ਕਿ ਉਹਨਾਂ ਨੂੰ ਵੀ ਪ੍ਰੋਪਰ ਤਰੀਕੇ ਨਾਲ ਕੋਈ ਜਾਂਚ ਹੋਣੀ ਚਾਹੀਦੀ ਸੀ, ਤਾਂ ਸੰਗਤ ਦਾ ਹਿੱਸਾ ਬਣਨਾ ਚਾਹੀਦਾ ਸੀ, ਜਾਂ ਉਹਨਾਂ ਬੱਸੇ ਦੇ ਨਾਲ ਕੋਈ ਜ਼ਿੰਮੇਵਾਰ ਅਧਿਕਾਰੀ ਜਾਂਦੇ ਜਿਹੜੀ ਕਿ ਜ਼ਿੰਮੇਵਾਰੀ ਉਹ ਸੰਭਾਲਦੇ ਕਿ ਇਹਨਾਂ ਲੋਕਾਂ ਨੂੰ ਲੈ ਕੇ ਜਾਣਾ ਹੈ, ਇਹ ਲੋਕ ਅਗਲੀਆਂ ਬੱਸਾਂ ਦੇ ਵਿੱਚ ਆਉਣਗੇ। ਉਹ ਜਿਹੜਾ ਇੱਕ ਬਹੁਤ ਵੱਡਾ ਇਸ ਢੰਗ ਨਾਲ ਜਿਹੜੀ ਲਾਪਰਵਾਹੀ ਹੋਈ, ਸ਼ਾਇਦ ਉਹ ਵੀ ਇੱਕ ਕਾਰਨ ਬਣ ਰਿਹਾ ਜਿਹੜੇ ਆਪਾਂ ਸਾਰੇ ਭੁਗਤ ਰਹੇ ਹਾਂ ਔਰ ਦੋਸ਼ ਲਾ ਰਹੇ ਹਾਂ ਇੱਕ ਦੂਜੇ ਤੇ। ਜੀ ਰਠੌਰ ਸਾਹਿਬ। ਜਗਤਾਰ ਜੀ, ਮੈਂ ਉਹੀ ਗੱਲ ਤੁਹਾਨੂੰ ਮੈਂ ਸ਼ੁਰੂ ਕਰਨੀ ਸੀ, ਤੁਸੀਂ ਪਹਿਲਾਂ ਹੀ ਸਵਾਲ ਕੀਤਾ। ਗੱਲ ਇਹ ਹੈ ਕਿ ਜੀ ਉਸ ਮੌਕੇ ਤੇ ਮੈਂ ਇਹ ਨਹੀਂ ਕਹਿੰਦਾ ਕਿ ਕਿਸੇ ਨੂੰ ਇੱਥੇ ਆਉਣਾ ਨਹੀਂ ਚਾਹੀਦਾ ਸੀ, ਆਉਣਾ ਸੀ ਮਹੀਨੇ ਨੂੰ, 1.5 ਮਹੀਨੇ ਨੂੰ, ਜਿਸ ਸਮੇਂ ਵੀ ਪ੍ਰੋਪਰ ਇੰਤਜ਼ਾਮ ਹੁੰਦੇ, ਥੋੜਾ ਸਿਸਟਮ ਮੈਕਨਾਈਜ਼, ਤਾਂ ਉਸ ਟਾਈਮ ਹਰ ਸੂਬੇ ਤੋਂ ਆਉਣ। ਤਾਂ ਹੁਣ ਤੁਸੀਂ ਦੇਖੋ ਹਰ ਸੂਬੇ ਤੋਂ ਲੋਕ ਜਾ ਵੀ ਰਹੇ ਨੇ ਵਾਪਸ, ਲੇਕਿਨ ਸ਼੍ਰੋਮਣੀ ਅਕਾਲੀ ਦਲ ਨੇ ਰੋਜ਼ ਵੀਡੀਓ ਪਾ ਕੇ, ਰੋਜ਼ ਇਨਸਟੀਗੇਟ ਕਰਕੇ, ਸ਼੍ਰੋਮਣੀ ਅਕਾਲੀ ਦਲ ਇੱਕੋ ਗੱਲ ਕਰ ਰਿਹਾ ਸੀ, ਲੈ ਕੇ ਆਓ ਜੀ, ਲੈ ਕੇ ਆਓ ਜੀ, ਲੈ ਕੇ ਆਓਗੀ ਜੀ। ਸਰਕਾਰ ਨੂੰ ਵੀ ਪਤਾ ਸੀ ਲੈ ਕੇ ਆਉਣਾ, ਲੇਕਿਨ ਸਰਕਾਰ ਨੇ ਇੱਕ ਸਿਸਟਮ ਬਣਾ ਕੇ ਲੈ ਕੇ ਆਉਣਾ ਸੀਗਾ। ਔਰ ਉੱਥੇ ਦੀ ਜਿੱਥੇ ਤੱਕ ਗੱਲ ਹੈ ਕਿ ਜਿਹੜੇ ਟੈਸਟ ਹੋ ਰਹੇ ਸੀ ਬਿਲਕੁਲ ਉਹ ਲੋਕ ਨੈਗੇਟਿਵ ਹੋਣੇ ਔਰ ਹੋ ਸਕਦੇ ਆ, ਕਿ ਉਸ ਗੱਲ ਨੂੰ ਨਾ ਤੁਸੀਂ ਕਹਿ ਸਕਦੇ ਹੋ, ਨਾ ਮੈਂ ਕਹਿ ਸਕਦਾ, ਨਾ ਕੰਬੋਜ ਸਾਹਿਬ ਕਹਿ ਸਕਦੇ। ਇਹ ਗੱਲਾਂ ਹੁਣ ਅਸੀਂ ਸਿਰਫ ਚਰਚਾ ਹੀ ਕਰ ਸਕਦੇ ਹਾਂ। ਉਹ ਜਿਹੜੇ ਮਜ਼ਦੂਰ ਉੱਥੇ ਲਿਆਂਦੇ ਗਏ, ਮੈਂ ਇਹੀ ਗੱਲ ਕਹਿ ਰਿਹਾ ਸੀ ਕਿ ਉਹ ਮਜ਼ਦੂਰ ਲੈ ਕੇ ਕੌਣ ਆਇਆ? ਬ੍ਰਿਗੇਡਰ ਸਾਹਿਬ ਦਾ ਤੁਸੀਂ ਦੇਖ ਲਿਆ ਹੋਣਾ ਵੀਡੀਓ ਸਹੀ। ਪ੍ਰੇਮ ਸਿੰਘ ਚੰਦੂ ਮਾਜਰਾ ਸਾਹਿਬ ਕਹਿੰਦੇ ਰਾਤ ਨੂੰ ਮੈਂ 12 ਵਜੇ ਗੁਰਦੁਆਰਾ, ਬਾਬਾ ਜੀ ਗੁਰਦੁਆਰਾ ਸਾਹਿਬ ਦਾ ਗੇਟ ਨਹੀਂ ਖੋਲ ਰਹੇ ਸੀ, ਬਾਬਾ ਜੀ ਨੂੰ ਕਹਿ ਕੇ ਖੁਲਵਾਏ ਤੇ ਸ਼ਰਦ ਪਵਾਰ ਸਾਹਿਬ ਨੂੰ ਕਹਿ ਕੇ ਇਹੋ ਜਿਹਾ ਇੱਕ ਆਰਡਰ ਉੱਥੇ ਪਾਸ ਕਰਾਇਆ ਮਹਾਰਾਸ਼ਟਰ ਦੇ ਅੰਦਰ ਕਿ ਜਿਹਨੇ ਵੀ ਗੁਰਦੁਆਰਾ ਸਾਹਿਬ ਹਜੂਰ ਸਾਹਿਬ ਜਾਣਾ ਹੋਵੇ ਵਾਸਤੇ, ਉਹਨੂੰ ਕੋਈ ਵੀ ਪੁਲਿਸ ਮੁਲਾਜ਼ਮ ਜਾਂ ਕੋਈ ਵੀ ਰੋਕੇਗਾ ਨਹੀਂ, ਕਿਸੇ ਪ੍ਰਕਾਰ ਦੀ ਉਹਦੀ ਚੈਕਿੰਗ ਨਹੀਂ ਹੋਏਗੀ। ਤਾਂ ਗੱਲ ਇਹ ਹੈ ਕਿ ਹੋ ਗਿਆ, ਮੈਂ ਇਸ ਚੀਜ਼ ਨੂੰ ਮੰਨਦਾ ਹੈ। ਔਰ ਅੱਜ ਸਮਾਂ ਇਹੋ ਜਿਹਾ ਸੀਗਾ ਕਿ ਸਾਨੂੰ ਇਸ ਚੀਜ਼ ਤੇ ਚਰਚਾ ਕਰਨੀ ਵੀ ਨਹੀਂ ਚਾਹੀਦੀ ਸੀ, ਲੇਕਿਨ ਮੈਨੂੰ ਲੱਗਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਭਾਜਪਾ ਦੇ ਨਾਲ ਜਿਹੜੀ ਇਹਨਾਂ ਦੀ ਭਾਈਵਾਲ ਹੈ, ਉਹਨਾਂ ਦੇ ਨਾਲ ਰਹਿ ਕੇ ਜਿਸ ਤਰ੍ਹਾਂ ਦੇ ਕਮਿਊਨਲ ਬਿਆਨ ਜਾਂ ਜੋ ਭ੍ਰਾਮਕ ਪ੍ਰਚਾਰ ਉਹ ਕਰਨਾ, ਉਹਨਾਂ ਨੇ ਧਾਰਮਿਕ ਤੌਰ ਤੇ ਜੋ ਆਦਤ ਹੈ ਬੀਜੇਪੀ ਦੀ, ਉਹ ਕਰਨਾ ਸ਼ੁਰੂ ਕੀਤਾ। ਸ਼ਾਇਦ ਮੈਨੂੰ ਲੱਗਦਾ ਹੈ ਕਿ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਨਿਯਮ ਕਾਨੂੰਨ ਕਾਇਦੇ ਨੇ ਉਹ ਵੀ ਬੀਜੇਪੀ ਨਾਲ ਪ੍ਰਭਾਵਿਤ ਹੋ ਗਏ ਨੇ। ਔਰ ਮੈਂ ਇਹ ਬਹੁਤ ਵੱਡੀ ਗੱਲ ਸਮਝਦਾ ਹੈ ਕਿ ਪੰਜਾਬ ਪਹਿਲਾ ਸੂਬਾ ਸੀਗਾ ਜਿਹਨੇ ਕਰਫਿਊ ਲਾਇਆ। ਜਦ ਮੈਨੇਜਮੈਂਟ ਦੀ ਕੈਪਟਨ ਅਮਰਿੰਦਰ ਸਿੰਘ ਦੀ ਗੱਲ ਕਰੀਏ, ਤੁਸੀਂ ਦੇਖੋ ਤਕਰੀਬਨ 1.5 ਲੱਖ NRIs ਪੰਜਾਬ ਦੇ ਅੰਦਰ ਆਇਆ ਪਿਛਲੇ 3 ਮਹੀਨਿਆਂ ਦੇ ਅੰਦਰ, ਲੇਕਿਨ ਪੰਜਾਬ ਦੇ ਅੰਦਰ ਜਿਹੜੀ ਕੋਵਿਡ ਦੀ बढ़ोतरी ਦੀ ਦਰ ਸੀ ਉਹ ਹਿੰਦੁਸਤਾਨ 'ਚ ਸਭ ਤੋਂ ਘੱਟ ਸੀਗੀ। ਉਹਦਾ ਕਾਰਨ ਸੀਗਾ ਡਾਕਟਰ ਸਾਹਿਬ ਬਹੁਤ ਅਹਿਮ ਮਾਮਲਾ ਹੈ। ਡਾਕਟਰ ਸਾਹਿਬ ਮੇਰੀ ਬੇਨਤੀ ਹੈ, ਹਾਂ ਸਾਡੀ ਜੀ ਡਾਕਟਰ ਸਾਹਿਬ ਮੇਰੀ ਬੇਨਤੀ ਸੁਣਿਓ, ਮੇਰੀ ਬੇਨਤੀ ਸੁਣੋ। ਤੁਸੀਂ ਬਹੁਤ ਅਹਿਮ ਮੁੱਦੇ ਤੇ ਚਰਚਾ ਕਰ ਰਹੇ ਹੋ, ਮੇਰੀ ਮਜਬੂਰੀ ਹੈ ਬ੍ਰੇਕ ਦੀ, ਆਪਾਂ ਬ੍ਰੇਕ ਤੋਂ ਬਾਅਦ ਇਸੇ ਮੁੱਦੇ ਤੇ ਆ ਰਹੇ ਹਾਂ ਵਾਪਸ। ਲੈਣੇ ਇੱਕ ਛੋਟੀ ਜਿਹੀ ਬ੍ਰੇਕ। ਬ੍ਰੇਕ ਤੋਂ ਬਾਅਦ ਪੰਜਾਬ ਦੇ ਵਿੱਚ ਕਰੋਨਾ ਮਹਾਮਾਰੀ ਨੂੰ ਲੈ ਕੇ ਕਿਹੜੇ ਉੱਠ ਰਹੇ ਆ ਸਵਾਲ ਤੇ ਕੌਣ ਹੈ ਇਹਦੇ ਲਈ ਜ਼ਿੰਮੇਵਾਰ, ਗੱਲ ਕਰਾਂਗੇ ਨਿੱਕੀ ਜੀ ਬ੍ਰੇਕ ਦੇ ਬਾਅਦ। ਬ੍ਰੇਕ ਤੋਂ ਬਾਅਦ ਦਰਸ਼ਕਾਂ ਦਾ ਮੁੜ ਇੱਕ ਵਾਰ ਸਵਾਗਤ ਹੈ। ਬ੍ਰੇਕ ਤੋਂ ਪਹਿਲਾਂ ਆਪਣੇ ਨਾਲ ਚਰਚਾ ਕਾਂਗਰਸ ਪਾਰਟੀ ਦੇ ਬੁਲਾਰੇ ਰਠੌਰ ਸਾਹਿਬ ਇੱਕ ਮੁੱਦੇ ਤੇ ਜਵਾਬ ਦੇ ਰਹੇ ਸੀ। ਰਠੌਰ ਸਾਹਿਬ ਤੁਸੀਂ ਆਪਣੀ ਗੱਲ ਮੁਕੰਮਲ ਕਰਨ ਜਾ ਰਹੇ ਸੀ, ਉਹ ਮੁਕੰਮਲ ਕਰਨ ਦੇ ਨਾਲ ਨਾਲ ਜਦੋਂ ਤੁਸੀਂ ਗੱਲ ਕਰਦੇ ਹੋ ਕਿ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਦੀ, ਉਹ ਉਲਟਾ ਤੁਹਾਡੀ ਪਾਰਟੀ ਦੇ ਜਿਹੜੇ ਕੌਮੀ ਪੱਧਰ ਦੇ ਸੀਨੀਅਰ ਨੇਤਾ ਦਿਗਵਿਜੇ ਸਿੰਘ ਉਹਦੇ ਤੇ ਦੋਸ਼ ਲਗਾ ਰਹੇ ਹੈ ਕਿ ਉਹਨਾਂ ਨੇ ਤਬਲੀਗ ਜਮਾਤ ਦੇ ਨਾਲ ਤੁਲਨਾ ਕੀਤੀ ਹੈ, ਇਸ ਕਰਕੇ ਜਿਹੜਾ ਹੈਗਾ ਸਾਰਾ ਇਦਾਂ ਦਾ ਵਿਖੇੜਾ ਸ਼ੁਰੂ ਹੋਇਆ ਹੈ। ਉਹ ਦੋਸ਼ ਲਗਾ ਰਿਹਾ ਕਿ ਪੰਜਾਬ ਦੇ ਜਿਹੜੇ ਸਿਹਤ ਮੰਤਰੀ ਹੈ ਮਿਸਟਰ ਬਲਵੀਰ ਸਿੰਘ ਸਿੱਧੂ, ਉਹਨਾਂ ਦੇ ਪ੍ਰਬੰਧਾਂ 'ਚ ਬੜੀਆਂ ਵੱਡੀਆਂ ਖਾਮੀਆਂ ਰਹੀਆਂ, ਇਸ ਕਰਕੇ ਉਹਨਾਂ ਨੇ ਚੰਡੀਗੜ੍ਹ ਦੇ ਸੈਕਟਰ 3 ਦਾ ਜਿਹੜਾ ਥਾਣਾ ਹੈਗਾ, ਪੁਲਿਸ ਸਟੇਸ਼ਨ ਹੈ, ਉੱਥੇ ਜਾ ਕੇ ਬਿਕਰਮ ਮਜੀਠੀਆ ਤੇ ਉਸਦੇ ਸਾਥੀਆਂ ਨੇ ਕੱਲ ਸ਼ਿਕਾਇਤ ਵੀ ਦਰਜ ਕਰਾਈ ਹੈ। ਰਠੌਰ ਸਾਹਿਬ ਇਸ ਮੁੱਦੇ ਤੇ ਵੀ ਮੈਂ ਜਵਾਬ ਲੈਣਾ ਚਾਹਾਂਗਾ ਤੁਹਾਡਾ। ਜੀ ਜਗਤਾਰ ਜੀ, ਮਜੀਠੀਆ ਸਾਹਿਬ ਦੇ ਬਾਰੇ ਮੈਨੂੰ ਕੁਝ ਕਹਿਣ ਦੀ ਲੋੜ ਹੈ ਨਹੀਂ। ਮਜੀਠੀਆ ਸਾਹਿਬ ਜਿੱਥੇ ਵੀ ਉਹਨਾਂ ਨੂੰ ਕੋਈ ਸਾਹਮਣੇ ਚਾਹੀਦੀ ਹੈ, ਮੀਡੀਆ ਅਟਰੈਕਸ਼ਨ, ਕੋਈ ਇਹੋ ਜਿਹਾ ਮਸਲਾ ਚਾਹੀਦਾ ਹੈ ਤੇ ਉਹ ਜਾ ਕੇ ਉੱਥੇ ਉਹ ਗੱਲ ਜ਼ਰੂਰ ਕਰਦੇ ਨੇ। ਔਰ ਮੈਂ ਇਹ ਗੱਲ ਜ਼ਰੂਰ ਕਹਿਣੀ ਚਾਹਾਂਗਾ ਕਿ ਜਿਹੜੇ ਸਾਡੇ ਸਿਹਤ ਮੰਤਰੀ ਸਾਹਿਬ ਹੈ, ਮੈਂ ਰੈਗੂਲਰ ਉਹਨਾਂ ਦੇ ਬਿਆਨ ਸੁਣੇ ਆ, ਸਾਰਿਆਂ ਨੇ ਸੁਣੇ ਆ, ਮੈਨੂੰ ਉਹਦੇ 'ਚ ਕੋਈ ਇਤਰਾਜ਼ਯੋਗ ਗੱਲ ਕੋਈ ਲੱਗੀ ਨਹੀਂ। ਉਹਨਾਂ ਨੇ ਇੰਨੀ ਗੱਲ ਜ਼ਰੂਰ ਕੀਤੀ ਸੀ ਕਿ ਜਿੰਨੇ ਸ਼ਰਧਾਲੂ ਹੈ, ਅਗਰ ਹੁਣ ਇਹ ਚੀਜ਼ ਹੋ ਚੁੱਕੀ ਹੈ, ਅਗਰ ਉਹਨਾਂ ਦੇ ਨਾਲ ਕੋਈ ਮਜ਼ਦੂਰ ਆ ਗਿਆ ਤਾਂ ਹੈ ਤਾਂ ਪੰਜਾਬੀ ਸੀਗੇ ਉਹ ਵੀ,
ਆ ਗਏ ਤਾਂ ਆ ਗਏ। ਜੀ। ਔਰ ਦੂਜੀ ਜਿਹੜੀ ਤੁਲਨਾ ਦੀ ਤੁਸੀਂ ਗੱਲ ਬਾਰ-ਬਾਰ ਕਰ ਰਹੇ ਹੋ, ਮੈਂ ਜਗਤਾਰ ਜੀ ਇਹ ਗੱਲ ਤੁਹਾਨੂੰ ਬਿਲਕੁਲ ਕਲੀਅਰ ਕਰਦਾ ਕਿ ਪੰਜਾਬ ਸੂਬੇ ਦੇ ਅੰਦਰ, ਮੈਂ ਦਿੱਲੀ ਸਰਕਾਰ ਹੀ ਨਹੀਂ ਕਰਦਾ, ਪੰਜਾਬ ਸੂਬੇ ਅੰਦਰ ਕੋਈ ਮੁਸਲਮਾਨ ਹੈ, ਕੋਈ ਹਿੰਦੂ ਹੈ, ਕੋਈ ਈਸਾਈ ਹੈ, ਇਹ ਗੁਰੂਆਂ ਪੀਰਾਂ ਦੀ ਧਰਤੀ ਹੈ, ਇੱਥੇ ਸਭ ਬਰਾਬਰ ਹੈ, ਕਿਸੇ ਦੇ ਨਾਲ ਕੋਈ ਮੁਕਾਬਲਾ ਨਹੀਂ ਹੈ, ਚਾਹੇ ਉਹ ਜਮਾਤ ਹੈ, ਚਾਹੇ ਉਹ ਸ਼ਰਧਾਲੂ ਨੇ, ਕੋਈ ਬੰਦਾ ਹੈ। ਤਾਂ ਮੈਂ ਨਹੀਂ ਸਮਝਦਾ ਕਿ ਅਗਰ ਕੋਈ ਤੁਲਨਾ ਇਹਦੇ ਚ ਕੀ ਹੈ, ਇਹ ਬਿਮਾਰੀ ਹੈ, ਕਿਸੇ ਨੂੰ ਵੀ ਹੋ ਸਕਦੀ ਹੈ, ਇਹ ਤਬਲੀਗੀ ਜਮਾਤ ਵਾਲਿਆਂ ਨੂੰ ਵੀ ਹੋ ਸਕਦੀ ਹੈ, ਇਹ ਸਿੱਖਾਂ ਚ ਵੀ ਹੋ ਸਕਦੀ ਹੈ, ਹਿੰਦੂਆਂ ਚ ਵੀ ਹੋ ਸਕਦਾ ਹੈ। ਔਰ ਇਹ ਗੱਲ ਵੀ ਬਿਲਕੁਲ ਕਲੀਅਰ ਹੈ ਕਿ ਹਰ ਸਮਾਜ ਦੇ ਅੰਦਰ ਕੁਝ ਸ਼ਰਾਰਤੀ ਅੰਸਰ ਵੀ ਹੁੰਦੇ ਆ, ਉਹ ਹਰ ਸਮਾਜ ਚ ਹੋ ਸਕਦੇ ਆ। ਲੇਕਿਨ ਇਹ ਜਿਹੜੀ ਬਿਮਾਰੀ ਹੈ, ਮੈਂ ਨਹੀਂ ਸਮਝਦਾ ਸੀ ਅੱਜ ਇਹੀ ਜੀ ਕੋਈ ਦੋਸ਼ਾਰੋਪਣ ਦੀ ਲੋੜ ਪੈਣੀ ਚਾਹੀਦੀ ਸੀ। ਅੱਜ ਸਮਾਂ ਇਹ ਸੀਗਾ ਕਿ ਅੱਜ ਸਾਡੀ ਇਕਨੋਮੀ ਖਤਮ ਹੈ, ਅੱਜ ਸਾਡੇ ਕੋਲ ਆਮਦਨ ਦਾ ਸਾਧਨ ਕੋਈ ਹੈ ਨਹੀਂ, ਮਹਾਮਾਰੀ ਇੰਨੀ ਫੈਲ ਚੁੱਕੀ ਹੈ, ਅਚਾਨਕ ਆਈ ਹੈ, ਔਰ ਸਾਡੇ ਜਿਹੜੇ ਇੰਤਜ਼ਾਮਾਤ ਸੀਗੇ ਉਹ ਬਿਲਕੁਲ ਪ੍ਰੋਪਰ ਨਹੀਂ ਸੀਗੇ। ਉਹ ਨਾ ਪੰਜਾਬ ਦੇ, ਨਾ ਪੂਰੇ ਹਿੰਦੁਸਤਾਨ ਦੇ ਕਿਸੇ ਸੂਬੇ ਚਲੇ ਜਾਈਏ, ਕੋਈ ਬੰਦਾ ਸੋਚ ਹੀ ਨਹੀਂ ਸਕਦਾ ਸੀ ਇੱਕਦਮ ਇਹੀ ਜੀ ਬਿਮਾਰੀ ਆਏਗੀ ਔਰ ਸਾਨੂੰ ਜਿਹੜੀ ਸਵਾਸਥ ਜਿਹੜੀ ਸੇਵਾਵਾਂ ਸਾਡੀਆਂ ਉਹ ਇਹਦੇ ਵਾਸਤੇ ਅਸੀਂ ਅਪਡੇਟ ਕਰ ਪਾਵਾਂਗੇ। ਲੇਕਿਨ ਮੈਂ ਜਿਹੜੀ ਗੱਲ ਵੀ ਤੁਸੀਂ ਟੋਕਤੀ ਸੀ ਉਹ ਜ਼ਰੂਰ ਵਾਰ-ਵਾਰ ਕਹੂੰਗਾ ਕਿ ਪੰਜਾਬ ਦੇ ਇੰਤਜ਼ਾਮਾਂ 'ਚ ਬਹੁਤ ਵਧੀਆ ਇੰਤਜ਼ਾਮ ਹੋਇਆ, ਕੋਈ ਕਮੀ ਨਹੀਂ ਸੀ। ਮੈਂ ਦੂਜੇ ਸੂਬੇ, ਮੈਂ ਇਸ ਦੌਰਾਨ ਮੈਨੂੰ ਗਾਜ਼ੀਆਬਾਦ, ਯੂਪੀ ਤੇ ਦਿੱਲੀ ਜਾਣ ਦਾ ਮੌਕਾ ਮਿਲਿਆ ਸੀ, ਉੱਥੇ ਦੇ ਲੋਕਾਂ ਦੇ ਮੈਂ ਮੂੰਹੋਂ ਸੁਣਿਆ ਕਿ ਅਗਰ ਇਸ ਚੀਜ਼ ਨੂੰ ਕੋਈ ਕੰਟਰੋਲ ਕੀਤਾ ਤਾਂ ਪੰਜਾਬ ਦੇ ਸੀਐਮ ਕੈਪਟਨ ਅਮਰਿੰਦਰ ਸਿੰਘ ਨੇ ਬਹੁਤ ਵਧੀਆ ਤਰੀਕੇ ਨਾਲ ਕੰਟਰੋਲ ਕੀਤਾ। ਮੈਂ ਨਹੀਂ ਸਮਝਦਾ ਕਿ ਜਿਹੜੇ ਇੰਤਜ਼ਾਮ ਸੀ ਇਹਨਾਂ ਦੇ ਅੰਦਰ ਕੋਈ ਕਮੀ ਸੀ। ਰਠੌਰ ਸਾਹਿਬ ਜਿਹੜੇ ਚੰਗੇ ਪ੍ਰਬੰਧ ਆ, ਵਧੀਆ ਇੰਤਜ਼ਾਮ ਹੈ, ਉਹਨਾਂ ਦੇ ਅਸੀਂ ਵੀ ਧੰਨਵਾਦੀ ਹਾਂ, ਉਹਨਾਂ ਬਾਰੇ ਕੋਈ ਦੋ ਰਾਏ ਨਹੀਂ। ਪਰ ਜਿਹੜੀਆਂ ਪ੍ਰਬੰਧਾਂ ਦੇ ਵਿੱਚ ਖਾਮੀਆਂ ਰਹੀਆਂ, ਜਿੱਦਾਂ ਇਹਨਾਂ ਨੇ ਲਿਆਉਣ ਦੀ ਗੱਲ ਕੀਤੀ ਹੈ, ਇੱਕ ਗੱਲ। ਦੂਜੀ ਗੱਲ, ਜਦੋਂ ਇੱਧਰ ਆਏ ਹੈ, ਜਿਸ ਤਰੀਕੇ ਨਾਲ ਰਠੌਰ ਸਾਹਿਬ ਤੁਹਾਡੀ ਵੀ ਨੌਲੇਜ ਹੋਏਗਾ, ਜਿਸ ਤਰੀਕੇ ਨਾਲ ਬੱਸੇਜ ਆਈਆਂ ਉਹ ਰਾਜ ਕਈ ਥਾਵਾਂ ਤੇ ਚੌਂਕਾਂ ਨੂੰ ਦੇ ਵਿੱਚ ਲਾਉਂਦੇ ਤੁਰੇ ਆਏ ਲੋਕਾਂ ਨੂੰ, ਔਰ ਕਈ ਵਾਰ ਬਾਅਦ ਵਿੱਚ ਵਾਢੀਆਂ ਕਰਦਿਆਂ ਨੂੰ ਲੋਕੀ ਵਾਪਸ ਉਠਾ ਕੇ ਲਿਆਏ ਹੈ ਕਿ ਤੁਹਾਡਾ ਜਿਹੜਾ ਹੈਗਾ ਟੈਸਟ ਕਰਨ ਦੀ ਜ਼ਰੂਰਤ ਹੈ। ਇੱਕ ਗੱਲ। ਦੂਜੀ, ਜਿੱਥੇ ਉਹਨਾਂ ਨੂੰ ਰੱਖਿਆ ਗਿਆ, ਕਿਤੇ ਨਾ ਕਿਤੇ ਜਿਹੜਾ ਬਾਰ-ਬਾਰ ਜਿਹੜੇ ਯਾਤਰੂ ਹੈਗੇ ਆ ਉਹ ਪ੍ਰਬੰਧਾਂ ਦੇ ਉੱਤੇ ਸਵਾਲ ਉਠਾ ਰਹੇ ਹੈ। ਜਦੋਂ ਸਕੂਲਾਂ ਦੀ ਗੱਲ ਕਰਦੇ ਆ ਜਾਂ ਜਿਸ ਤਰੀਕੇ ਨਾਲ ਕਾਲਜਾਂ ਦੀ ਗੱਲ ਕਰਦੇ ਆ, ਆਪਾਂ ਜਾਣਦੇ ਹਾਂ ਜਿਹੜੇ ਸਕੂਲ ਜਾਂ ਕਾਲਜ ਜਿਹੜੇ ਹੁੰਦੇ ਆ ਉਹ ਰਹਿਣ ਦੇ ਲਈ ਪ੍ਰੋਪਰ ਉਹਨਾਂ ਦੇ ਪ੍ਰਬੰਧ ਨਹੀਂ ਹੁੰਦੇ। ਪ੍ਰਬੰਧਾਂ ਦੇ ਵਿੱਚ ਜਿਹੜੀ ਕਿਤੇ ਘਾਟ ਹੈਗੀ ਆ, ਉਹਨਾਂ ਮਾਮਲਿਆਂ ਨੂੰ ਲੈ ਕੇ ਨੁਕਤਾਚੀਨੀ ਹੋ ਰਹੀ ਹੈ। ਚੰਗੇ ਪ੍ਰਬੰਧਾਂ ਨੂੰ ਸਾਰੇ ਜੀ ਆਇਆਂ ਕਹਿਣਗੇ ਰਠੌਰ ਸਾਹਿਬ। ਦੇਖੋ, ਇਹ ਸਮਾਂ ਨੁਕਤਾਚੀਨੀ ਦਾ ਨਹੀਂ ਹੈ ਜਗਤਾਰ ਜੀ, ਇਹ ਸਮਾਂ ਇਹ ਹੈ ਕਿ ਨਾ ਹੀ ਕੋਈ ਇਹੀ ਜੀ ਇਹ ਮਹਾਮਾਰੀ ਦਾ ਸਮਾਂ ਹੈ। ਇਹ ਤਾਂ ਪ੍ਰਮਾਤਮਾ ਵਾਹਿਗੁਰੂ ਦਾ ਸ਼ੁਕਰ ਹੈ ਕਿ ਅਸੀਂ ਹਜੇ ਉਸ ਸਟੇਜ ਤੇ ਨਹੀਂ ਪਹੁੰਚੇ। ਸਾਡੀ ਸਰਕਾਰਾਂ ਨੇ ਇਹਨੂੰ ਕਾਬੂ ਕਰਨ ਦੇ ਲਈ ਪੂਰੇ ਯਤਨ ਲਾਏ ਹਨ। ਮੈਨੂੰ ਲੱਗਦਾ ਸਾਰੇ ਸਰਕਾਰਾਂ ਇਹਨੂੰ ਕਾਬੂ ਕਰਨ 'ਚ ਹਜੇ ਤੱਕ ਫਿਲਹਾਲ ਤੱਕ ਕਾਮਯਾਬ ਹੋਈਆਂ। ਦੇਖੋ, ਆਪਾਂ ਕੋਈ ਵਿਆਹ ਸ਼ਾਦੀ ਹੈ ਇਹੋ ਜਿਹੇ ਇੰਤਜ਼ਾਮ 'ਚ ਨਹੀਂ ਆਏ। ਇਹ ਮਹਾਮਾਰੀ ਦੇ ਅੰਦਰ ਜਿਹੜੇ ਕੈਂਪ ਬਣਾਏ ਜਾਂਦੇ ਆ, ਕੈਂਪਾਂ ਦੇ ਇੰਤਜ਼ਾਮ ਨੂੰ ਲੱਗਦਾ ਹੈ ਕਿ ਇਸ ਤਰ੍ਹਾਂ ਦੇ ਹੁੰਦੇ ਆ ਸਰਕਾਰਾਂ ਕੋਈ ਵੀ ਹੋਣ, ਇਹ ਆਬਾਦੀ ਦੇ ਹਿਸਾਬ ਨਾਲ ਜਿਹੜੇ ਮਰੀਜ਼ ਹੁੰਦੇ ਉਹਨਾਂ ਦੀ ਜਿਹੜੀ ਸੰਖਿਆ ਉਹਦਾ ਦੀ ਵਧੋਤਰੀ ਦੇ ਹਿਸਾਬ ਨਾਲ ਇਹ ਸਕੂਲ, ਕਾਲਜ, ਧਰਮਸ਼ਾਲਾ ਇਹਨਾਂ ਦੇ ਵਿੱਚ ਹੀ ਜਿਹੜੇ ਇਹ ਇੰਤਜ਼ਾਮ ਕੀਤੇ। ਔਰ ਆ ਬਿਮਾਰੀ ਦਾ ਮਾਮਲਾ ਹੈ, ਮੈਂ ਨਹੀਂ ਸਮਝਦਾ ਕਿ ਅਗਰ ਉੱਥੇ ਬਿਮਾਰੀ ਦੇ ਅੰਦਰ ਤੁਹਾਨੂੰ ਇਲਾਜ ਮਿਲ ਰਿਹਾ, ਤੁਹਾਨੂੰ ਖਾਣਾ ਮਿਲ ਰਿਹਾ, ਤੁਹਾਨੂੰ ਪਾਣੀ ਮਿਲ ਰਿਹਾ, ਵੱਧ ਇੰਤਜ਼ਾਮੀ ਹੋ ਸਕਦੀ ਹੈ, ਕਿਤੇ ਨਾ ਕਿਤੇ ਹੋ ਸਕਦੀ ਹੈ। ਬਹੁਤ ਵੱਡੇ ਇੰਤਜ਼ਾਮ ਨੇ, ਇਹ ਕਿਤੇ ਨਾ ਕਿਤੇ ਖਾਮੀ ਹੋ ਸਕਦੀ ਹੈ, ਅਸੀਂ ਮੰਨਦੇ ਹਾਂ ਉਸ ਚੀਜ਼ ਨੂੰ। ਲੇਕਿਨ 100% ਇਹ ਖਾਮੀ ਮੈਂ ਇਸ ਗੱਲ ਤੋਂ ਬਿਲਕੁਲ ਇਨਕਾਰ ਕਿ ਮੈਂ ਹੋਰ। ਓਕੇ, ਥੈਂਕ ਯੂ ਵੈਰੀ ਮਚ। ਤੁਹਾਡੇ ਇਸ ਮੁੱਦੇ ਤੇ ਜਵਾਬ ਆ ਗਿਆ। ਹੁਣ ਆਪਾਂ ਜਵਾਬ ਲੈਣਾ ਚਾਹਾਂਗੇ ਕਰਨਲ ਸਿਟੀ ਕੰਬੋਜ ਤੋਂ। ਕੰਬੋਜ ਸਾਹਿਬ, ਜਿਹੜਾ ਹੈਗਾ ਜਦੋਂ ਪ੍ਰਬੰਧਾਂ 'ਚ ਖਾਮੀਆਂ ਦੀ ਤੁਸੀਂ ਆਪਣੇ ਪਹਿਲੇ ਪੁਆਇੰਟਸ 'ਚ ਵੀ ਗੱਲ ਕਰ ਰਹੇ ਸੀ, ਨਾਲ ਜਿਹੜਾ ਨਵਾਂ ਸਵਾਲ ਉੱਠ ਰਿਹਾ ਉਹ ਕਹਿ ਰਿਹਾ ਹੈ ਕਿ ਜਦੋਂ ਆਪਾਂ ਉੱਥੇ ਸੰਗਤ ਜਿਹੜੀ ਵਾਪਸ ਆਈ ਹੈ ਉਹਦੇ 'ਚ ਕਿਸ ਤਰੀਕੇ ਨਾਲ ਜਿਹੜੇ ਉਹ ਪੰਜਾਬੀ ਮਜ਼ਦੂਰ ਜਿਨ੍ਹਾਂ ਦੇ ਆਉਣ ਬਾਰੇ ਇਤਰਾਜ਼ ਨਹੀਂ ਹੋ ਸਕਦਾ, ਪਰ ਬਗੈਰ ਚੈੱਕ ਕੀਤਿਆਂ ਉਹ ਸੰਗਤ ਦੇ ਵਿੱਚ ਸ਼ਾਮਿਲ ਹੋ ਗਏ ਔਰ ਆ ਗਏ। ਅਕਾਲੀ ਦਲ ਦੇ ਆਗੂਆਂ ਤੇ ਇਦਾਂ ਦੇ ਲੋਕਾਂ ਨੇ ਫੋਨ ਕਰਕੇ ਉਹਨਾਂ ਨੂੰ ਸੰਗਤ ਦੇ ਵਿੱਚ ਸ਼ਾਮਿਲ ਕਰਾਇਆ, ਉਹ ਵੀ ਜ਼ਿੰਮੇਵਾਰ ਹੈ ਉਹਨਾਂ ਤੇ, ਬਲਕਿ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ। ਕਰਨਲ ਸਿਟੀ ਕੰਬੋਜ, ਮੈਂ ਜਵਾਬ ਚਾਹਾਂਗਾ ਇਸ ਮੁੱਦੇ ਤੇ ਤੁਹਾਡਾ। ਰਾਈਟ, ਜਿਹੜੀਆਂ ਦੋ ਤਿੰਨ ਗੱਲਾਂ ਪਹਿਲਾਂ ਤੁਸੀਂ ਇੱਕ ਪਿਛਲੀ ਵਾਰੀ ਸਵਾਲ ਕੀਤਾ ਸੀ ਏਸੀ ਕਮਰਿਆਂ ਦਾ। ਜੀ ਮੈਂ ਬੇਨਤੀ ਕਰਦਾ ਕਿ ਏਸੀ ਕਮਰੇ ਵਿੱਚ ਰਹਿਣਾ ਬੇਸ਼ੱਕ ਤੁਸੀਂ ਰਹੋ, ਦੇਰ ਇਜ਼ ਨੋ ਪ੍ਰੋਬਲਮ, ਲੇਕਿਨ ਇਹਨਾਂ ਦੇ AICC ਦੇ ਬੁਲਾਰੇ ਨੇ ਇੱਕ ਨੈਸ਼ਨਲ ਚੈਨਲ ਤੇ ਕਿਹਾ ਕਿ ਅਸੀਂ ਤਾਂ ਏਸੀ ਬੱਸਾਂ ਵੀ ਪ੍ਰੋਵਾਈਡ ਕਰ ਦਿੱਤੀਆਂ, ਹੋਰ ਸਾਤੋਂ ਕੀ ਮੰਗਦੇ ਨੇ। ਤੁਸੀਂ ਇੱਕ ਨਿਆਣੇ ਨੂੰ ਵੀ ਪਤਾ ਹੈ ਕਿ ਏਸੀ ਜਿਹੜੀ ਬੱਸ ਹੈ ਉਹਦਾ ਜਿਹੜਾ ਹਵਾ ਹੈ ਉਹ ਬਾਹਰ ਨਹੀਂ ਜਾਂਦੀ।
ਤੇ ਜੇ ਉਹਦੇ ਚ ਇੱਕ ਵੀ ਬੰਦਾ ਕਰੋਨਾ ਪੋਜ਼ਿਟਿਵ ਹੋਏਗਾ ਤੇ ਉਹ ਸਾਰਿਆਂ ਨੂੰ ਅਫੈਕਟ ਕਰੇਗਾ। ਇਹ ਤਾਂ ਇਹਨਾਂ ਦੇ ਅਰੇਂਜਮੈਂਟ ਦੀ ਗੱਲ ਹੈ। ਦੂਜੀ ਗੱਲ, ਮੈਂ ਇਸ ਤੇ ਨਹੀਂ ਆਉਂਦਾ ਕਿ ਪੰਜਾਬ ਵਿੱਚ ਅਰੇਂਜਮੈਂਟ ਠੀਕ ਸੀ ਕਿ ਨਹੀਂ ਸੀ। ਮੇਰੀ ਜਿਹੜੀ ਗੱਲ ਸੀ ਉਹ ਇੱਥੋਂ ਤੱਕ ਸੀ ਕਿ ਜਦੋਂ ਇੱਕ ਕਨਵਾਈ ਉੱਥੋਂ ਨਾਂਦੇੜ ਤੋਂ ਹਜ਼ੂਰ ਸਾਹਿਬ ਤੋਂ ਚੱਲ ਕੇ ਪੰਜਾਬ ਪਹੁੰਚਦੀ ਹੈ, ਇੰਨੇ ਸੈਂਕੜੇ ਕਿਲੋਮੀਟਰ ਦੂਰ ਟਰੈਵਲ ਕਰਦੀ ਹੈ, ਤਾਂ ਰਸਤੇ ਦੇ ਵਿੱਚ ਕੀ ਅਰੇਂਜਮੈਂਟ ਕੀਤੇ ਗਏ। ਜਿੱਥੋਂ ਤੱਕ ਅਮਰਿੰਦਰ ਜੀ ਉਹਨਾਂ ਦਾ ਸਵਾਲ ਹੈ ਕਿਹਨੇ ਇਨਸਟੀਗੇਟ ਕੀਤਾ, ਅੱਜ ਟੀਵੀ ਦਾ ਜ਼ਮਾਨਾ ਹੈ, WhatsApp ਦਾ ਜ਼ਮਾਨਾ ਹੈ, ਸਾਰੀ ਦੁਨੀਆ ਨੂੰ ਇਹ ਪਤਾ ਲੱਗ ਗਿਆ ਸੀਗਾ ਕਿ ਜਿਹੜਾ ਹੈ ਉਹ ਬੱਸਾਂ ਇੱਦਾਂ ਮਨਜ਼ੂਰੀ ਹੋਈ ਹੈ ਔਰ ਬੱਸਾਂ ਜਿਹੜੀਆਂ ਨੇ ਇੱਦਾਂ ਚੱਲਦੀਆਂ ਨੇ, ਤੇ ਲੋਕੀ ਆਪਣੇ ਆਪ ਜਿਹੜੇ ਖੱਬੇ ਸੱਜੇ ਸੀ ਉੱਥੇ ਆਉਣੇ ਸ਼ੁਰੂ ਹੋ ਗਏ। ਜਿਹੜੇ ਬੱਸਾਂ ਇੱਥੋਂ ਗਈਆਂ ਉਹਨਾਂ ਦੇ ਨਾਲ ਐਡਮਿਨਿਸਟ੍ਰੇਟਿਵ ਆਫਿਸਰ ਵੀ ਸੀ। ਇਟ ਵਾਜ਼ देयर ਰਿਸਪੌਂਸਿਬਿਲਿਟੀ ਕਿ ਉਹਨਾਂ ਨੂੰ ਅਲੱਗ ਰੱਖਣ। ਚਲੋ ਜੇ ਕਿਸੇ ਦੀ ਰਿਸਪੌਂਸਿਬਿਲਿਟੀ, ਜੇ ਕਿਸੇ ਨੇ ਕੋਈ ਨੰਬਰ ਬਣਾਉਣ ਲਈ ਕਿਹਾ ਜੀ ਕਿ ਮੈਂ ਕੀਤਾ ਇਹ ਕੀਤਾ, ਉਸ ਗੱਲ ਦੇ ਵਿੱਚ ਆਪਾਂ ਨਹੀਂ ਜਾਂਦੇ, ਬਟ ਇਹ ਗਲਤੀ ਤਾਂ ਹੋਈ ਹੈ ਕਿ ਜਿਹੜੇ ਪੰਜਾਬੀ ਲੇਬਰ ਉੱਥੇ ਆਏ ਉਹਨਾਂ ਨੂੰ ਅਲੱਗ ਰੱਖਣਾ ਚਾਹੀਦਾ ਸੀ। ਦੈਟ ਇਜ਼ ਵਨ। ਸੈਕੰਡਲੀ, ਜਿਹੜੀ ਹੈ ਤੁਸੀਂ ਦਿਗਵਿਜੇ ਹੋਣਾ ਦੀ ਗੱਲ ਕਰ ਰਹੇ ਸੀਗੇ, ਦੇਖੋ ਕਿੰਨਾ ਮੰਦਭਾਗੀ ਗੱਲ ਹੈ ਕਿ ਇੱਕ ਪਾਸੇ ਉਹ ਕੌਮ ਜਿਹੜੀ ਨਫ਼ਰਤ ਫੈਲਾ ਰਹੀ ਹੈ, ਜਿਹੜੀਆਂ ਤੁਸੀਂ ਵੀਡੀਓ ਦੇਖੀਆਂ ਇੱਕ ਦੂਜੇ ਨਾਲ ਥੁੱਕਾਂ ਜਿਹੜੀਆਂ ਨੇ ਉਹ ਖਵਾ ਕੇ ਇੱਕ ਦੂਜੇ ਨੂੰ ਖਵਾ ਰਹੇ ਨੇ, ਘਰਾਂ 'ਚ ਜਾ ਕੇ ਥੁੱਕਾਂ ਸਿੱਟ ਰਹੇ ਨੇ, ਤੁਸੀਂ ਉਹਨਾਂ ਦਾ ਸਿੱਖਾਂ ਦੇ ਨਾਲ ਮੁਕਾਬਲਾ ਕਰਦੇ ਹੋ। ਇਹ ਬਹੁਤ ਹੀ ਆਪੱਤੀਜਨਕ ਗੱਲ ਹੈ। ਲੇਕਿਨ ਜਿਹੜੀ ਗੱਲ ਹੁਣ ਤਾਂ ਦਿਗਵਿਜੇ ਸਿੰਘ ਹੋਣਾ ਨੇ, ਤੁਸੀਂ ਸ਼ਾਇਦ ਦੇਖਿਆ ਨਹੀਂ ਹੋਣਾ, ਥੋੜੀ ਦੇਰ ਪਹਿਲਾਂ ਟੀਵੀ ਤੇ ਆ ਰਿਹਾ ਸੀ ਕਿ ਦਿਗਵਿਜੇ ਹੋਣਾ ਨੇ ਖੁਦ ਇਸ ਗੱਲ ਦੀ ਮੁਆਫੀ ਮੰਗ ਲਈ ਕਿ ਜਿਹੜੀ ਹੈ ਉਹਨਾਂ ਨੇ ਗਲਤੀ ਕੀਤੀ। ਚਲੋ ਇਹ ਤਾਂ ਖੁੱਲ੍ਹ ਲਈ ਹੈ, ਇਹ ਤਾਂ ਖੁੱਲ੍ਹ ਲਈ ਹੈ, ਸਵੇਰ ਦੀ ਇਹ ਸਵੇਰ ਦੀ ਆ ਰਹੀ ਹੈ। ਠੀਕ ਹੈ ਕਿ ਉਹਨਾਂ ਨੇ ਮਾਫੀ ਮੰਗੀ ਹੈ, ਚੰਗੀ ਗੱਲ ਹੈ। ਜੇ ਉਹਨਾਂ ਤੇ ਗੱਲ ਆਈ ਹੈ ਤਾਂ ਉਹਨਾਂ ਨੇ ਕਿਹਾ ਵੀ ਮੈਂ ਇਹਦੇ ਲਈ ਮਾਫੀ ਮੰਗਦਾ ਜੀ। ਹਾਂ, ਇਸ ਲਈ ਮਾਫੀ ਮੰਗਦਾ ਹੈਗਾ, ਚੰਗੀ ਗੱਲ ਹੈ। ਲੇਕਿਨ ਇਹ ਬੜੀ ਵੱਡਾ ਦਿਲ ਵਲੂੰਦਰ ਵਾਲੀ ਗੱਲ ਸੀ ਕਿ ਜੇ ਤੁਸੀਂ ਸਿੱਖੀ ਸਮਾਜ ਨੂੰ ਤਬਲੀਗ ਮੁਸਲਮਾਨਾਂ ਨਾਲ ਨਹੀਂ, ਤਬਲੀਗੀ ਜਮਾਤ ਨਾਲ ਜਿਹੜਾ ਹੈ ਕੰਪੇਅਰ ਕਰਦੇ ਹੋ ਤਾਂ ਦੈਟ ਇਜ਼ ਵੈਰੀ ਅਨਫੋਰਚੂਨੇਟ। ਦੂਸਰੀ ਜੀ ਕਨਰ ਸਾਹਿਬ, ਜਿੱਦਾਂ ਜੀ ਕਨਰ ਸਾਹਿਬ ਰਾਠੌਰ ਸਾਹਿਬ ਨੇ ਜਿੱਦਾਂ ਕਿਹਾ ਕਿ ਕਿਸੇ ਇੱਕ ਵਿਅਕਤੀ ਨੇ, ਜੇ ਇੱਕ ਨੇਤਾ ਨੇ ਕਿਹਾ ਹੋਏਗਾ, ਉਹਨੇ ਮਾਫੀ ਵੀ ਮੰਗੀ ਹੈ, ਉਹਦੇ ਨਾਲ ਤੁਲਨਾ ਨਹੀਂ ਕੀਤੀ ਜਾ ਸਕਦੀ, ਨਾ ਹੀ ਹੋਣੀ ਚਾਹੀਦੀ ਹੈ। ਪਰ ਜਿਹੜੀ ਅਮਰਿੰਦਰ ਹੋਣਾ ਨੇ ਕਹੀ ਆ ਗੱਲ ਕਿ ਵੀ ਜਦੋਂ ਆਪਾਂ ਦੂਜਿਆਂ ਦੀ ਗੱਲ ਕਰਦੇ ਹਾਂ ਤਾਂ ਅਕਾਲੀ ਆਗੂਆਂ ਨੇ ਬਿਆਨ ਕਰਕੇ ਜਿਹੜਾ ਕਿਹਾ ਕਿ ਉੱਥੇ ਆਓ ਤੁਹਾਨੂੰ ਸੰਗਤ ਦੇ ਨਾਲ ਵਾਪਸ ਲੈ ਕੇ ਜਾਂਦੇ ਆ। ਉਹਨਾਂ ਨੇ ਕਿਹਾ ਕਿ ਮੈਂ ਮਹਾਰਾਸ਼ਟਰ ਦੇ ਆਗੂਆਂ ਨਾਲ ਗੱਲ ਕੀਤੀ ਹੈ, ਉਹਨਾਂ ਦੇ ਬਾਰੇ ਵੀ ਤਾਂ ਜ਼ਿੰਮੇਵਾਰੀ ਬਣਦੀ ਹੈ ਨਾ ਕਿ ਇੱਦਾਂ ਦੀ ਗੈਰ ਜ਼ਿੰਮੇਵਾਰੀ ਵਾਲੀ ਗੱਲਾਂ ਕਿਉਂ ਕੀਤੀਆਂ ਗਈਆਂ। ਦੇਖੋ ਮੇਰੀ ਗੱਲ ਸੁਣੋ, ਮੈਂ ਸੱਚ ਜਾਣਿਓ, ਮੈਂ ਉਹ ਵੀਡੀਓ ਨਹੀਂ ਦੇਖਿਆ, ਪਰ ਜੇ ਤੁਸੀਂ ਕਹਿ ਰਹੇ ਹੋ ਜਾਂ ਕੈਪਟਨ ਜੇ ਅਮਰਿੰਦਰ ਜੀ ਕਹਿ ਰਹੇ ਨੇ ਤਾਂ ਅਮਰਿੰਦਰ ਜੀ ਕਹਿ ਰਹੇ, ਹਾਂ ਜੇ ਟੀਵੀ ਤੇ ਚੱਲਿਆ ਜੀ, ਟੈਲੀਵਿਜ਼ਨਾਂ ਤੇ ਚੱਲਿਆ। ਚਲੋ ਖੈਰ ਹੋ, ਮੈਂ ਕਦੋਂ ਕਹਿਣਾ ਕਿ ਮੈਂ ਤਾਂ ਗੱਲ ਨੂੰ ਨਹੀਂ ਮੁਨਕਰ ਜੀ ਕਨਸਿਡੀ ਕੰਬੋਜ ਹੋ ਸਕਦਾ ਹੈ, ਕਨਸਿਡੀ ਕੰਬੋਜ ਮੈਂ ਨਹੀਂ ਜੀ ਜੀ ਚਲੋ ਆਪਾਂ। ਪਰ ਦੂਸਰੀ ਗੱਲ ਇਹ ਹੈ ਕਿ ਕਿਸੇ ਦੇ ਇਨਸਟੀਗੇਟ ਕਰਨ ਨਾਲ ਕੁਝ ਨਹੀਂ ਹੁੰਦਾ। ਲੋਕੀ ਆਪ ਹੀ ਕਾਲੇ ਪਏ ਹੋਏ ਸੀ ਔਰ ਵਿੰਗ ਕਮਾਂਡਰ ਬਿਲਕੁਲ ਕਨਸਿਡੀ ਕੰਬੋਜ ਕਿ ਮੈਂ ਲੋਕਾਂ ਨੂੰ ਰੋਕਿਆ ਕਿ ਵੀ ਤੁਸੀਂ ਨਾ ਜਾਓ, ਇੱਥੇ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਹੈ, ਔਰ ਉਹ ਖੁਦ ਨਹੀਂ ਆਏ, ਉਹ ਹਾਲੇ ਵੀ ਉੱਥੇ ਨੇ। ਮੈਂ ਤੁਹਾਨੂੰ ਨੰਬਰ ਦਊਂਗਾ, ਤੁਸੀਂ ਸਰ ਬਿਲਕੁਲ ਮੈਂ ਕਹਿਣਾ ਕਿ ਚਲੋ ਨਹੀਂ ਸਰ ਹੋਣਗੇ ਉੱਥੇ, ਬਿਲਕੁਲ ਤੁਸੀਂ ਸਹੀ ਕਹਿ ਰਹੇ ਹੋ, ਤੁਸੀਂ ਜ਼ਿੰਮੇਵਾਰੀ ਨਾਲ ਕਹਿ ਰਹੇ ਹੋ। ਸਾਨੂੰ ਤੁਹਾਡੇ ਕਮੈਂਟਸ ਦੇ ਉੱਤੇ ਕੋਈ ਜਿਹੜਾ ਕਿੰਤੂ ਪਰੰਤੂ ਨਹੀਂ ਹੈ। ਪਰ ਇੱਕ ਸਵਾਲ ਜਿਹੜਾ ਕਨਸਿਡੀ ਕੰਬੋਜ ਇਹ ਵੀ ਉੱਠਦਾ ਜਦੋਂ ਆਪਾਂ ਗੱਲ ਕਰਦੇ ਹਾਂ ਕਿ ਬੀਬਾ ਹਰਸਿਮਰਤ ਬਾਦਲ ਨੇ ਜਿਹੜਾ ਹੈਗਾ ਇੱਦਾਂ ਦਿੱਲੀ ਤੱਕ ਅਪਰੋਚ ਕੀਤੀ, ਪੱਤਰ ਲਿਖੇ ਕਿ ਅਸੀਂ ਉਹਨਾਂ ਨੂੰ ਲਿਆਉਣ ਦਾ ਇੰਤਜ਼ਾਮ ਕਰਦੇ ਹਾਂ, ਜਿਹੜੀਆਂ ਸੰਗਤਾਂ ਫਸੀਆਂ ਵੀ ਹੈ। ਸਵਾਲ ਇਹ ਵੀ ਹੁੰਦਾ ਹੈ ਕਿ 2 ਮਹੀਨੇ ਤੱਕ ਜਿਹੜੀ ਸੰਗਤ ਉੱਥੇ ਫਸੀ ਰਹੀ, ਪਹਿਲੇ ਦਿਨਾਂ ਦੇ ਅੰਦਰ ਜੇ ਸ਼ਾਇਦ ਜਿਹੜਾ ਹੈਗਾ 2-4 ਦਿਨਾਂ ਦੇ ਪਹਿਲਿਆਂ 'ਚ ਲਿਆਂਦਾ ਜਾਂਦਾ ਤਾਂ ਇੱਦਾਂ ਦੇ ਜਿਹੜੇ ਹੈਗੇ ਸਵਾਲ ਉੱਠਣੇ ਜਾਂ ਇੱਦਾਂ ਦੀ ਨੌਬਤ ਜਾਂ ਇੱਦਾਂ ਦੇ ਜਿਹਨਾਂ ਲੋਕਾਂ ਨੂੰ ਬਿਮਾਰੀ ਦਾ ਸ਼ਿਕਾਰ ਹੋਣਾ ਪਿਆ, ਮੰਦਭਾਗੀਆਂ ਘਟਨਾਵਾਂ ਵਾਪਰੀਆਂ, ਇਹ ਸਾਰੇ ਕਾਸੇ ਤੋਂ ਬਚਿਆ ਜਾ ਸਕਦਾ ਸੀ ਜੇ ਇਹੀ ਆਪਾਂ ਆਪਣਾ ਪ੍ਰਭਾਵ ਦਿਖਾਉਣਾ ਸੀ। ਤਾਂ ਜਦੋਂ ਆਪਣੀ ਸਰਕਾਰ ਹੈ, ਆਪਾਂ ਪਹਿਲੇ ਦਿਨਾਂ 'ਚ ਵਾਪਸ, ਇਹ ਠੀਕ ਹੈ ਕਿ ਕਿਸੇ ਦੀ ਨਿੰਦਿਆ ਕਰਨੀ, ਉਹ ਏਸੀ ਬੱਸਾਂ 'ਚ ਆਏ ਨਹੀਂ ਆਏ, ਜਿੱਦਾਂ ਆਪਣਾ ਰਾਠੌਰ ਸਾਹਿਬ ਕਹਿ ਰਹੇ ਹੈ ਕਿ ਕਿਤੇ ਨਾ ਕਿਤੇ ਜਲਦਬਾਜ਼ੀ 'ਚ ਗਲਤੀਆਂ ਹੋਈਆਂ, ਉਹ ਗਲਤੀਆਂ ਨੂੰ ਆਪਾਂ ਝੁਠਲਾ ਨਹੀਂ ਸਕਦੇ, ਬਿਲਕੁਲ ਸਹੀ ਹੈ। ਪਰ ਜੇ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ, ਕੇਂਦਰ 'ਚ ਆਪਣੀ ਵੀ ਜਿਹੜੀ ਹੈ ਕੰਬੋਜ ਸਾਹਿਬ ਸਰਕਾਰ ਸੀ, ਤਾਂ ਆਪਾਂ ਵੀ ਆਪਣਾ ਪ੍ਰਭਾਵ ਵਰਤ ਕੇ ਉਹ ਸੰਗਤ ਜਿਹੜੀ 2 ਮਹੀਨੇ ਉੱਥੇ ਰੁਲਦੀ ਰਹੀ, ਉਹਨਾਂ ਨੂੰ ਪਹਿਲੇ ਦਿਨਾਂ 'ਚ ਲਿਆਂਦਾ ਜਾ ਸਕਦਾ ਸੀ। ਇਹਦੇ ਬਾਰੇ ਵੀ ਤਾਂ ਜਵਾਬ ਹੋਣਾ ਚਾਹੀਦਾ ਨਾ ਜੀ। I do not deny, Sidhu Sahab, I do not deny if it was earlier, it was better.
देयर इज नो Okay. ਇਹਦੇ ਵਿੱਚ ਕੋਈ ਬਹਿਸ ਦਾ ਇਹ ਮੁੱਦਾ ਨਹੀਂ ਹੈ ਕਿ ਜੇ ਇਹ ਜਲਦੀ ਜੀ। ਕੀਤਾ ਜਾਂਦਾ ਤਾਂ ਜ਼ਿਆਦਾ ਅੱਛਾ ਸੀ, ਲੇਕਿਨ ਤੁਸੀਂ ਇਸ ਗੱਲ ਨੂੰ ਵੀ ਨਹੀਂ ਕਰ ਸਕਦੇ ਕਿ ਬਈ ਤੁਸੀਂ ਸੈਂਕੜੇ ਕਿਲੋਮੀਟਰ ਆ ਰਹੇ ਹੋ ਤੇ ਉੱਠ ਕੇ ਜਿਹੜਾ ਹੈ ਤੁਰ ਪਏ ਕਿ ਜੀ ਬੱਸਾਂ ਭੇਜ ਦਿੱਤੀਆਂ ਤੇ ਕੰਮ ਹੋ ਗਿਆ। that is not enough। ਔਰ ਫਿਰ 23 ਤਰੀਕ ਨੂੰ ਪਤਾ ਸੀ, 26 ਤਰੀਕ ਨੂੰ ਕੈਪਟਨ ਅਮਰਿੰਦਰ ਉਹਨਾਂ ਨੇ ਟਵਿੱਟਰ ਕਰਕੇ ਕਿਹਾ, ਇੱਕ ਤਾਂ ਤੁਸੀਂ ਕਿਹਾ ਨਾ ਕਿ ਲੋਕਾਂ ਨੂੰ ਰਸਤੇ 'ਚ ਉਤਾਰਤਾ, ਫਿਰ ਲੋਕਾਂ ਨੇ ਉਹਨਾਂ ਨੂੰ ਫੜਿਆ। ਕੈਪਟਨ 23 ਤਰੀਕ ਨੂੰ ਪਤਾ ਲੱਗ ਗਿਆ ਸੀਗਾ, 24 ਨੂੰ ਉੱਥੋਂ ਬੱਸਾਂ ਚੱਲੀਆਂ, 26 ਨੂੰ ਰਾਤ ਨੂੰ ਕੈਪਟਨ ਅਮਰਿੰਦਰ ਉਹਨਾਂ ਨੇ ਟਵੀਟ ਕਰਕੇ ਕਿਹਾ ਕਿ ਅਸੀਂ ਸਾਰਿਆਂ ਨੂੰ ਜਿੰਨੇ ਸੀ ਯਾਤਰੀ ਆਏ ਸੀ ਸਭ ਨੂੰ ਘਰੋਂ ਘਰੀ ਪਹੁੰਚਾ ਦਿੱਤਾ। ਇਹਦਾ ਮਤਲਬ ਬਿਨਾਂ ਟੈਸਟ ਕੀਤਿਆਂ ਉਹਨਾਂ ਨੂੰ ਘਰੋਂ ਘਰੀ ਪਹੁੰਚਾ ਦਿੱਤਾ ਗਿਆ। ਔਰ ਫਿਰ ਉਹਨਾਂ ਨੂੰ ਜਿਹੜਾ ਹੈ ਦੁਬਾਰਾ ਵਾਪਸ ਲਿਆਂਦਾ ਗਿਆ। ਉਹਨਾਂ ਨਾਲ ਕਿੰਨਾ ਡੈਮੇਜ ਹੋਇਆ ਇਹ ਤਾਂ ਅਸੈਸ ਕਰਨਾ ਮੁਸ਼ਕਲ ਹੈ, ਬਟ ਇਹ ਹੀ ਸਾਬਤ ਕਰਦਾ ਹੈ ਕਿ ਅਸੀਂ ਜਿਹੜੀ ਹੈਗੀ ਹੈ ਸਾਡੀ ਜਿਹੜੀ ਮਸ਼ੀਨਰੀ ਹੈ, ਜਿਹੜੀ ਐਡਮਿਨਿਸਟ੍ਰੇਟਿਵ ਮਸ਼ੀਨਰੀ ਹੈ, ਮੈਂ ਕੈਪਟਨ ਅਮਰਿੰਦਰ ਦੀ ਗੱਲ ਨਹੀਂ ਕਰਦਾ, ਮੈਂ ਬਲਬੀਰ ਸਿੱਧੂ ਦੀ ਗੱਲ ਨਹੀਂ ਕਰਦਾ, ਲੇਕਿਨ ਕੋਈ ਤਾਂ ਕੋਈ ਜ਼ਿੰਮੇਵਾਰ ਹੈ ਨਾ, ਕੋਈ ਤਾਂ ਕੋਈ ਜਿਹੜਾ ਹੈ ਬਿਲਕੁਲ ਜਿਹੜਾ ਕੋਈ ਹੈ। ਜੀ ਕੰਸੀਡਰਿੰਗ ਉਹ ਤੁਹਾਡੀ ਗੱਲ ਆ ਗਈ, ਥੈਂਕ ਯੂ ਵੈਰੀ ਮਚ, ਤੁਹਾਡੀ ਗੱਲ ਆ ਗਈ। ਸਾਡੇ ਨਾਲ ਕੈਪਟਨ ਅਮਰਿੰਦਰ ਜੀ ਤਾਂ ਨਹੀਂ ਜੁੜੇ ਹੋਏ, ਪਰ ਅਮਰਿੰਦਰ ਸਿੰਘ ਜੀ ਜ਼ਰੂਰ ਸਾਡੇ ਪੈਨਲ ਤੇ ਹਾਜ਼ਰ ਨੇ। ਅਮਰਿੰਦਰ ਜੀ, ਜਦੋਂ ਆਪਾਂ ਗੱਲ ਕਰਦੇ ਆਂ, ਬੀਬਾ ਹਰਸਿਮਰਤ ਬਾਦਲ ਨੇ ਵੀ ਕੇਂਦਰ ਨੂੰ ਇੱਕ ਪੱਤਰ ਲਿਖਿਆ ਸੀ ਇਸ ਮਾਮਲੇ ਦੇ ਉੱਤੇ, ਜਿਹੜੀ ਉੱਥੇ ਸੰਗਤ ਫਸੀ ਵੀ ਆ ਉਸ ਨੂੰ ਵਾਪਸ ਲਿਆਉਣ ਨੂੰ ਲੈ ਕੇ। ਸ਼ਾਇਦ ਤੁਸੀਂ ਵੀ ਮੀਡੀਆ ਦੇ ਅੰਦਰ ਆਫਰ ਕੀਤੀ ਸੀ ਕਿ ਉਹ ਸੰਗਤ ਨੂੰ ਵਾਪਸ ਲਿਆਉਣ ਦੇ ਲਈ ਮੇਰੇ ਵੱਲੋਂ ਵੀ ਆਫਰ ਹੈ। ਇਸ ਮੁੱਦੇ ਤੇ ਵੀ ਮੈਂ ਜਵਾਬ ਲੈਣਾ ਚਾਹਾਂਗਾ ਤੁਹਾਡਾ ਅਮਰਿੰਦਰ ਜੀ। ਉਹ ਸਿੱਧੂ ਸਾਹਿਬ ਉਹ ਮਸਲਾ ਸੀਗਾ ਕਿ ਉਹਨਾਂ ਦੇ ਐਕਸਪੈਂਸ ਕੌਣ ਬੀਅਰ ਕਰੇਗਾ, ਜਿਹੜੀ ਪਬਲਿਕ ਉੱਥੋਂ ਲੈ ਕੇ ਆਣੀ ਹੈ ਹਜੂਰ ਸਾਹਿਬ ਤੋਂ। ਕਈ ਮਤਲਬ 15-20 ਦਿਨ ਇਸੇ ਚੱਕਰ 'ਚ ਚੱਲਦਾ ਰਿਹਾ ਕਿ ਉਹਨਾਂ ਦੇ ਐਕਸਪੈਂਸਿਸ ਕੌਣ ਬੀਅਰ ਕਰੇਗਾ। ਕਿਸੇ ਮਾਂ ਦੇ ਪੁੱਤ ਨੇ ਮਤਲਬ ਹਾਂ ਦਾ ਨਾਰਾ ਨਹੀਂ ਮਾਰਿਆ ਵੀ 10 ਬੱਸਾਂ ਮੈਂ ਇੰਤਜ਼ਾਮ ਕਰਦਾ। ਐਡੇ ਵੱਡੇ ਉਹਨਾਂ ਦੀਆਂ ਆਪਣੀਆਂ ਬੱਸਾਂ, ਆਪਣੇ ਟਰਾਂਸਪੋਰਟ ਫਲੀਟ ਹੈਗੇ ਆ, ਪਰ ਕਿਸੇ ਨੇ ਹਿੰਮਤ ਨਹੀਂ ਕੀਤੀ। ਤੇ ਮੈਨੂੰ ਇਸ ਗੱਲ ਦਾ ਜਦੋਂ ਪਤਾ ਲੱਗਿਆ ਤੇ ਮੈਂ ਫਿਰ ਪ੍ਰਾਈਮ ਮਿਨਿਸਟਰ ਸਾਹਿਬ ਨੂੰ ਚਿੱਠੀ ਲਿਖੀ ਸੀ ਕਿ ਜੀ ਇਹਨਾਂ ਦਾ ਜਿੰਨਾ ਐਕਸਪੈਂਸ ਹੋਏਗਾ ਮੈਂ ਬੀਅਰ ਕਰਨ ਲਈ ਤਿਆਰ ਹਾਂ, ਤੁਸੀਂ ਇਹਨਾਂ ਦੇ ਲਿਆਉਣ ਦਾ ਪ੍ਰਬੰਧ ਕਰੋ। ਚਲੋ ਇੱਕ ਸੈਪਰੇਟ ਇਸ਼ੂ ਹੈ, ਪਰ ਮੈਂ ਦੇਖੋ ਦੋ ਗੱਲਾਂ ਦਾ ਜਵਾਬ ਮੈਂ ਦੇਣਾ ਚਾਹਾਂਗਾ। ਪਹਿਲਾਂ ਮੈਂ ਆਪਣਾ ਕਾਂਗਰਸ ਦੇ ਜਿਹੜੇ ਬੁਲਾਰੇ ਹੈਗੇ ਇਹ ਕਹਿ ਰਿਹਾ ਕਿ ਸਾਡੇ ਸਿੱਧੂ ਸਾਹਿਬ ਜਿਹੜੇ ਹੈਗੇ ਆ ਆਪਣਾ ਹੈਲਥ ਮਿਨਿਸਟਰ ਸਾਹਿਬ ਉਹ ਬਹੁਤ ਕਾਬਲ ਹੈ। ਮੈਨੂੰ ਬਿਲਕੁਲ ਉਹਨਾਂ ਦੇ ਮੈਂ ਇਤਫਾਕ ਨਹੀਂ ਰੱਖਦਾ। ਉਹਨਾਂ ਨੇ ਬਿਲਕੁਲ ਮਿਸ ਹੈਂਡਲ ਕੀਤਾ ਸਾਰੀ ਸਿਚੁਏਸ਼ਨ ਨੂੰ, ਆਪਣੇ ਘਰ ਦੇ ਬਾਹਰ ਤਖਤੀ ਲਾਤੀ ਕਿ ਮੈਨੂੰ ਕੋਈ ਅਪਰੋਚ ਨਾ ਕਰੇ, ਮੈਂ ਕਿਸੇ ਦੇ ਸੰਪਰਕ ਦੇ ਵਿੱਚ ਨਹੀਂ ਆਉਣਾ ਚਾਹੁੰਦਾ। ਤਾਂ ਤੁਸੀਂ ਮਤਲਬ ਕੀ ਐਕਸਪੈਕਟ ਕਰਦੇ ਹੋ ਜਦੋਂ ਐਸੀ ਮਹਾਂਮਾਰੀ ਦੇ ਵਿੱਚ ਜਿਹੜਾ ਹੈਲਥ ਮਿਨਿਸਟਰ ਹੈ ਉਹੀ ਭੱਜ ਜਾਏ, ਉਹੀ ਲੁਕ ਜਾਏ, ਤੇ ਉਹ ਕੌਣ ਉਹਨੂੰ ਮਤਲਬ ਪੂਰੀ ਸਟੇਟ ਨੂੰ ਸਾਂਭੇਗਾ। ਸੋ ਇਹੋ ਜਿਹੀਆਂ ਮਤਲਬ ਹਰਕਤਾਂ ਸਾਡੇ ਸਾਹਮਣੇ ਆਈਆਂ। ਦੂਜਾ ਤੁਸੀਂ ਇਹ ਦੇਖਿਆ ਕਿ ਆਪਣਾ ਰਾਗੀ ਸਾਹਿਬ ਜਿਹੜੇ ਆਪਣਾ ਨਿਰਮਲ ਸਿੰਘ ਜੀ, ਉਹਨਾਂ ਨੂੰ ਇੱਕ ਮਤਲਬ ਸਿਲੰਡਰ ਆਕਸੀਜਨ ਤਾਂ ਨਹੀਂ ਪ੍ਰੋਵਾਈਡ ਕਰਾ ਸਕੀ ਪੰਜਾਬ ਗਵਰਨਮੈਂਟ। ਇਹਨਾਂ ਦੇ ਹੈਲਥ ਮਿਨਿਸਟਰ ਨੂੰ ਤੁਸੀਂ ਕਿਵੇਂ ਕਹਿ ਰਹੇ ਹੋ ਕਾਬਲ ਬੰਦਾ ਹੈਗਾ? ਉਹਨਾਂ ਦੀ ਡੈਥ ਤੋਂ ਬਾਅਦ ਜੋ ਤਮਾਸ਼ਾ ਕੀਤਾ ਇਹਨਾਂ ਨੇ ਉਹਨਾਂ ਦੇ ਮਤਲਬ ਸੰਸਕਾਰ ਦੇ ਲਈ, ਉਹ ਵੀ ਸਭ ਦੇ ਸਾਹਮਣੇ ਹੈਗਾ। ਕਿਵੇਂ ਉਹਨਾਂ ਨੂੰ ਕਦੀ ਕਿਸੇ ਪਿੰਡ 'ਚ ਲੈ ਕੇ ਜਾ ਕੇ ਲੋਕਾਂ ਨੂੰ ਕਹਿਣਾ ਅਸੀਂ ਇੱਥੇ ਸੰਸਕਾਰ ਕਰਨਾ, ਕਦੀ ਕਿਤੇ ਕਰਨਾ। ਸੋ ਇਹ ਮਤਲਬ ਇੱਕ ਡੈਲੀਬਰੇਟ ਅਟੈਂਪਟ ਸੀਗਾ। ਕਿਹਨੇ ਕੀਤਾ, ਕੀ ਮਨਸ਼ਾ ਸੀ, ਉਹ ਵਿਦ ਦੀ ਪੈਸੇਜ ਆਫ ਟਾਈਮ ਸਾਰੀਆਂ ਗੱਲਾਂ ਸਾਹਮਣੇ ਆ ਜਾਣਗੀਆਂ। ਪਰ ਇਹ ਮਤਲਬ ਨਾਰਮਲ ਕੋਰਸ ਨਹੀਂ ਸੀਗਾ ਕਿ ਤੁਸੀਂ ਇੱਕ ਡੈਡ ਬੋਡੀ ਦਾ ਸੰਸਕਾਰ ਕਰਨ ਦੇ ਲਈ ਐਸਾ ਤਮਾਸ਼ਾ ਕਰੋ। ਹੋਰ ਬੰਦਿਆਂ ਦੀ ਵੀ ਡੈਥਸ ਹੋਈਆਂ। ਆਪਣਾ ਅਸੀਂ ਲੁਧਿਆਣੇ ਜਿਹੜਾ ACP ਸਾਹਿਬ ਦੀ ਡੈਥ ਹੋਈ ਆ, ਉਹਨਾਂ ਦਾ ਵੀ ਦੇਖਿਆ ਕਿਵੇਂ ਤੋਪਾਂ ਦੀ ਸਲਾਮੀ ਉਹਨਾਂ ਨੂੰ ਦਿੱਤੀ ਜਾ ਰਹੀ ਹੈ। ਉਹਨਾਂ ਦੇ ਤਾਂ ਕੋਈ ਕਰੋਨਾ ਨਹੀਂ ਫੈਲਿਆ, ਲੇਕਿਨ ਨਿਰਮਲ ਸਿੰਘ ਰਾਗੀ ਦੀ ਜਦੋਂ ਸੰਸਕਾਰ ਦੀ ਗੱਲ ਆ ਰਹੀ ਹੈ ਤੇ ਉਹਨੂੰ ਮਤਲਬ ਲੋਕਾਂ ਨੂੰ, ਪਬਲਿਕ ਨੂੰ ਡਰਾ ਰਹੇ ਆ। ਸੋ ਸਾਰਾ ਉਹ ਜੋ ਖੇਡ ਇਹਨਾਂ ਨੇ ਕੀਤੀ ਆ ਉਹ ਬੜੀ ਮੰਦਭਾਗੀ ਹੈ। ਤੋ ਇਹ ਚੀਜ਼ਾਂ ਮਤਲਬ ਇਸ ਵੇਲੇ ਡਿਸਕਸ ਕਰਨ ਦਾ ਟਾਈਮ ਨਹੀਂ ਹੈ, ਲੇਕਿਨ ਅਸੀਂ ਇਹਨਾਂ ਨੂੰ ਕਲੀਨ ਚਿੱਟ ਨਹੀਂ ਦੇ ਸਕਦੇ। ਦੂਜੀ ਗੱਲ ਮੈਂ ਆਪਣਾ ਕਰਨਲ ਸਾਹਿਬ ਨਾਲ ਗੱਲ ਕਰਨਾ ਚਾਹਾਂਗਾ ਕਿ ਕਰਨਲ ਸਾਹਿਬ ਨੇ ਗੱਲ ਕੀਤੀ ਹੈ ਕਿ ਤਬਲੀਗੀ ਜਿਹੜੇ ਥੁੱਕ ਰਹੇ ਆ ਔਰ ਇਹ ਕਰ ਰਹੇ। ਸੋ ਇਹ ਵੀ ਇੱਕ ਬੜੀ ਇਹਨਾਂ ਦੀ ਮੈਂ ਸਮਝਦਾ ਕਿ ਗਲਤ ਗੱਲ ਹੈ। ਮੈਂ ਇਹਦੇ ਨਾਲ ਇਤਫਾਕ ਨਹੀਂ ਰੱਖਦਾ। ਤਬਲੀਗੀ ਜਿਹੜੇ ਹੈਗੇ ਆ ਉਹ ਇਸਲਾਮ ਦੇ ਵਿੱਚ ਬਹੁਤ ਹੀ ਸੀਲ ਸੁਭਾਅ ਦੇ ਬੰਦੇ ਮੰਨੇ ਜਾਂਦੇ ਆ, ਤੇ ਉਹਨਾਂ ਨੂੰ ਕਿਸ ਤਰੀਕੇ ਦੇ ਨਾਲ ਕਾਰਨਰ ਕਰਕੇ ਉਹਨਾਂ ਦਾ ਜਲੂਸ ਕੱਢਿਆ ਗਿਆ, ਉਹ ਵੀ ਮਤਲਬ ਮੈਂ ਐਟਲੀਸਟ ਮੈਂ ਉਹਦੇ ਨਾਲ ਸਹਿਮਤ ਨਹੀਂ ਹਾਂ। ਮੈਂ ਉਹਦੀ ਨਿੰਦਾ ਕਰਦਾ। ਉਹਨਾਂ ਨੂੰ ਸਿਰਫ ਸਕੇਪਗੋਟ ਬਣਾਇਆ ਗਿਆ ਕਿਉਂਕਿ ਆਪਣੀ ਨਾਕਾਮੀ ਪ੍ਰੋਵੀਜ਼ਨ ਨਹੀਂ ਹੈ ਕਿ ਕੋਵਿਡ ਨੂੰ ਕਿਵੇਂ ਹੈਂਡਲ ਕਰਨਾ, ਇਸ ਕਰਕੇ ਉਹਨਾਂ ਨੇ ਇੱਕ ਹਊਆ ਖੜਾ ਕੀਤਾ ਹੈ। ਤੇ ਤੁਸੀਂ ਅਮਰਿੰਦਰ ਜੀ ਧੰਨਵਾਦ। ਮੈਂ ਜਿਹੜਾ ਹੈਗਾ ਰਠੌਰ ਸਾਹਿਬ ਲਾਸਟ ਕਮੈਂਟ ਜਿਹੜਾ ਇਸ ਮੁੱਦੇ ਤੇ ਜੀ ਰਠੌਰ ਸਾਹਿਬ। ਹੋ ਸਕਦਾ ਅਮਰਿੰਦਰ ਜੀ ਨੂੰ ਸਿੱਧੂ ਸਾਹਿਬ ਦੀ ਜਿਹੜੀ ਕਾਰਗੁਜ਼ਾਰੀ ਹੈ ਉਹ ਠੀਕ ਨਾ ਲੱਗੀ ਹੋਵੇ, ਲੇਕਿਨ ਜਿਹੜੀ ਇਹ ਗੱਲ ਕਹਿ ਰਹੇ ਹੈ ਕਿ ਉਹ ਘਰ ਬੈਠ ਕੇ ਕੁਆਰੰਟਾਈਨ ਹੋ ਕੇ, ਦੇਖੋ ਮੈਂ ਵੀ ਇਸੇ ਜ਼ਿਲ੍ਹੇ 'ਚ ਰਹਿੰਦਾ ਹੈ ਔਰ ਲਗਾਤਾਰ ਉਹ ਸੰਸਕਾਰ ਤੇ ਵੀ ਗਏ ਹੈ ਕੋਵਿਡ ਵਾਲਿਆਂ ਦੇ, ਔਰ ਹਰ ਸਮੇਂ ਉਹ ਮੈਦਾਨ ਦੇ ਅੰਦਰ ਰਹੇ ਹੈ ਸਿੱਧੂ ਸਾਹਿਬ। ਇਹ ਮੈਂ ਗੱਲ ਦਾਅਵੇ ਨਾਲ ਕਹਿ ਸਕਦਾ। ਘੱਟੋ ਘੱਟ ਮੈਂ ਮੋਹਾਲੀ ਜ਼ਿਲ੍ਹੇ, ਰੋਪੜ ਜ਼ਿਲ੍ਹੇ ਦੀ ਗੱਲ ਜ਼ਰੂਰ ਕਹਿ ਸਕਦਾ। ਦੂਜੀ ਗੱਲ,
ਜਿਹੜੀ ਕਮਲ ਸਾਹਿਬ ਨੇ ਕਹੀ ਹੈ, ਕੈਪਟਨ ਸਾਹਿਬ ਦੇ ਇੰਤਜ਼ਾਮਾਂ ਦੀ ਗੱਲ, ਮੈਂ ਕੋਤਾਹੀ ਦੀ ਗੱਲ ਜਿਹੜੇ ਅਫਸਰਾਂ ਦੀ ਗੱਲ ਬਾਰ-ਬਾਰ ਕਰ ਰਿਹਾ। ਕੈਪਟਨ ਸਾਹਿਬ ਦੇ ਇੰਤਜ਼ਾਮ ਵੀ ਠੀਕ ਸੀਗੇ, ਅਫਸਰ ਹੈ, ਮੈਂ ਤਾਂ ਕਹਿੰਦਾ ਸਲੂਟ ਕਰਦਾ, ਤੁਸੀਂ ਸਲੂਟ ਕਰਨਾ ਚਾਹੀਦਾ ਤੁਹਾਨੂੰ। ਜਿਹੜਾ ਆਮ ਅਮਲਾ ਲੱਗਿਆ ਹੋਇਆ, ਤੁਸੀਂ ਮੈਂ ਸਾਰੇ ਅਸੀਂ ਘਰ ਬੈਠੇ ਹਾਂ ਆਪਣੇ, ਲੇਕਿਨ ਪੁਲਿਸ ਮੁਲਾਜ਼ਮ, ਐਡਮਿਨਿਸਟ੍ਰੇਟਿਵ ਅਫਸਰ, ਜਿਹੜੇ ਹੈਲਥ ਸਟਾਫ, ਸਾਰਾ ਦਾ ਸਾਰਾ ਫੀਲਡ ਦੇ ਅੰਦਰ ਹੈ, ਔਰ ਇੰਨੀ ਵੱਡੀ ਤਾਦਾਦ ਦੇ ਅੰਦਰ ਉਹਨਾਂ ਚੋਂ ਇਨਫੈਕਟਡ ਵੀ ਨਿਕਲ ਰਹੇ ਹੈ, ਤਾਂ ਸਲੂਟ ਕਰਨਾ ਚਾਹੀਦਾ ਸਾਨੂੰ। ਹੋ ਸਕਦਾ ਕਿਤੇ ਨਾ ਕਿਤੇ ਕੋਈ ਕਿਸੇ ਬੰਦੇ ਤੋਂ ਇੱਕ ਗਲਤ ਇਨਸਾਨ ਹੈ, ਗਲਤੀ ਵੀ ਹੋ ਜਾਂਦੀ ਹੈ, ਉਸ ਗਲਤੀ ਤੋਂ ਅਸੀਂ ਡਿਨਾਈ ਨਹੀਂ ਕਰਦੇ, ਲੇਕਿਨ ਓਵਰਆਲ ਜਿਹੜੀ ਸਥਿਤੀ ਮੈਂ ਓਵਰਆਲ ਜਿਹੜਾ ਮੈਂ ਸਮਝਦਾ ਹੈ ਕਿ ਜਿਹੜੇ ਇੰਤਜ਼ਾਮ ਹੈ ਬਹੁਤ ਵਧੀਆ ਰਹੇ। ਔਰ ਕੈਪਟਨ ਸਾਹਿਬ ਨੇ ਸੈਂਟਰਲ ਗਵਰਨਮੈਂਟ ਨੂੰ ਕੱਲ ਕਿਹਾ ਵੀ, ਮੋਦੀ ਸਾਹਿਬ ਨੂੰ, ਕਿ ਜੇ ਤੁਸੀਂ ਚਾਹੁੰਦੇ ਹੋ ਜਿਹੜੇ ਮੁੱਖ ਮੰਤਰੀ ਹੈ ਉਹਨਾਂ ਨੂੰ ਪੂਰੇ ਅਖਤਿਆਰਾਤ ਦਿਓ, ਕਿ ਉਹ ਆਰਡਰ ਤਾਂ ਉੱਤੋਂ ਕਰ ਦਿੰਦੇ ਆ, ਦਿੰਦੇ ਕੁਛ ਹੈ ਨਹੀਂ, ਉਹਨਾਂ ਨੂੰ ਅਖਤਿਆਰ ਦਿਓ ਕਿ ਆਪਣੇ ਸੂਬੇ ਨੂੰ ਆਪਣੇ ਤਰੀਕੇ ਦੇ ਨਾਲ ਹੈਂਡਲ ਕਰਨ। ਜੀ ਬੜਾ ਵੱਡਾ ਮੁੱਦਾ ਹੈ, ਇਸ ਮੁੱਦੇ 'ਤੇ ਆਪਾਂ ਫੇਰ ਕਦੇ ਚਰਚਾ ਕਰਾਂਗੇ। ਮਿਹਰਬਾਨੀ ਰਠੌਰ ਸਾਹਿਬ। ਇਹਨਾਂ ਮੁੱਦਿਆਂ 'ਤੇ ਚਰਚਾ ਚਾਉਣ ਲਈ ਮੈਂ ਤੁਹਾਡੇ ਸਾਰਿਆਂ ਵੱਲੋਂ ਰਠੌਰ ਸਾਹਿਬ, ਕਰਨਲ ਸੀ ਡੀ ਕੰਬੋਜ ਤੇ ਅਮਰਿੰਦਰ ਜੀ ਤਿੰਨੇ ਮਹਿਮਾਨਾਂ ਦਾ ਧੰਨਵਾਦੀ ਹਾਂ, ਜਿਨ੍ਹਾਂ ਮਾਮਲਿਆਂ ਨੂੰ ਲੈ ਕੇ ਸਾਡੇ ਮਹਿਮਾਨਾਂ ਨੇ ਚਰਚਾ ਕੀਤੀ ਹੈ। ਇਹਦੇ ਬਾਰੇ ਕੋਈ ਦੋ ਰਾਏ ਨਹੀਂ ਕਿ ਕਰੋਨਾ ਮਹਾਮਾਰੀ ਜਿੱਦਾਂ ਦੁਨੀਆ ਜੂਝ ਰਹੀ ਹੈ, ਸਾਰਾ ਹਿੰਦੁਸਤਾਨ ਜੂਝ ਰਿਹਾ ਹੈ, ਪੰਜਾਬ ਵੀ ਇਸ ਲੜਾਈ ਦੇ ਨਾਲ ਲੜ ਰਿਹਾ ਹੈ, ਪਰ ਸਾਰੇ ਸਾਡੇ ਮਹਿਮਾਨ ਵੀ ਇਸ ਗੱਲ ਦੇ ਉੱਤੇ ਸਹਿਮਤ ਹੈ ਕਿ ਇਸ ਮੁੱਦੇ ਦੇ ਉੱਤੇ ਰਾਜਨੀਤੀ ਨਹੀਂ ਹੋਣੀ ਚਾਹੀਦੀ। ਇਹ ਬਦਕਿਸਮਤੀ ਵਾਲੀ ਗੱਲ ਹੈ ਜੇ ਕੋਈ ਰਾਜਸੀ ਧਿਰਾਂ ਜਾਂ ਕੁਝ ਰਾਜਸੀ ਨੇਤਾ ਇਸ ਮੁੱਦੇ 'ਤੇ ਵੀ ਰਾਜਨੀਤੀ ਕਰਦੇ ਹੈ। ਇੱਦਾਂ ਦੀ ਰਾਜਨੀਤੀ ਵਾਲਾ ਬਿਆਨ ਸਾਡੇ ਸਮੁੱਚੇ ਪੰਜਾਬੀਆਂ ਨੂੰ ਸ਼ਰਮਸਾਰ ਕਰਦਾ ਹੈ। ਸਾਨੂੰ ਲੋੜ ਹੈ ਇਸ ਮਹਾਮਾਰੀ ਦਾ ਇਕੱਠੇ ਹੋ ਕੇ ਸਿਰ ਜੋੜ ਕੇ ਟਾਕਰਾ ਕਰਨ ਦੀ। ਇੱਕ ਵਾਰ ਫਿਰ ਮੈਂ ਤੁਹਾਡੇ ਸਾਰਿਆਂ ਵੱਲੋਂ ਆਪਣੇ ਮਹਿਮਾਨਾਂ ਦਾ ਧੰਨਵਾਦੀ ਹਾਂ ਔਰ ਤੁਹਾਡੇ ਸਾਰਿਆਂ ਦੇ ਲਈ ਮੇਰੇ ਵੱਲੋਂ ਸਤਿ ਸ੍ਰੀ ਅਕਾਲ। ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।